प्रोग्राम खास खबर देख रहे दर्शकों का स्वागत। मैं कमलजीत सिद्धू ते तुसीं देख रहे हो द पंजाब टॉक्स चैनल। ਅੰਮ੍ਰਿਤਪਾਲ ਸਿੰਘ ਦੀ ਫਰਾਰੀ ਕਈ ਸ਼ੰਕਿਆਂ ਨੂੰ ਜਨਮ ਦਿੰਦੀ ਹੈ। ਪੰਜਾਬ ਦੇ ਇੱਕ ਸਾਬਕਾ ਡੀਜੀਪੀ ਜਿਹੜਾ ਕਿ ਉਸ ਪਹਿਲੇ ਦੌਰ ਨੂੰ ਦੇਖਿਆ ਆ, ਉਸ ਨੇ ਵੀ ਇਸ ਦੇ ਉੱਤੇ ਚਿੰਤਾ ਪ੍ਰਗਟ ਕੀਤੀ ਹੈ। ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ। ਤਾਂ ਦੂਸਰੀ ਗੱਲ ਪੰਜਾਬੀ ਜ਼ੁਬਾਨ ਦੇ ਬਾਰੇ ਆ, ਇਤਿਹਾਸਕ ਅੰਕੜੇ ਆ, ਇਹਨਾਂ ਤੇ ਗੱਲ ਕਰਾਂਗੇ ਕਿ अंग्रेजी राज दे विच पंजाबी बोली दे वास्ते जो सब तो वड्डा संकट खड़ा होया गुरमुखी लिपि बारे वो खुद पंजाबियों ने ही मारिया आ। तुसीं हैरान रह जाओगे। इस मुद्दे उत्ते गल करांगे। पहली खबर वाल आउने आ। अमृतपाल सिंह 18 मार्च तो बाद हुण अप्रैल का महीना आ गया आ, उदों की फरारी चलती पई आ। कदे किते नज़र आउंदा, कदे किते नज़र आउंदा, कदे भजदा, कदे किसी गड्डी ते चढ़ के जा रहा, कदे किसी रेहड़े ते चढ़ के जा रहा, कदे छतरी लैके जा रहा, कदे वो जिहड़े कोल्ड ड्रिंक पींदा नज़र आ रहा है। शंके बड़े खड़े हुए आ। इस टाइम आप दी सरकार है तो पंजाब दे विच जिहड़ियां विरोधी धिरां आ उन्हां नूं बड़ा मौका मिलिया होया। खास तौर पर जिवें राजे वड़िंग वर्गियां दा वारी-वारी बयान हुंदा है कि राजे वड़िंग दा कहना है कि ये तां एक स्क्रिप्टड जिहड़ी आ वो गेम खेडी जा रही आ, जिस दा प्रोड्यूसर अरविंद केजरीवाल है दिल्ली ते जिहड़ी बाकी आप पार्टी आ सारे इहदे पात्र ने जिहड़े कि इस खेड नूं खेड रहे ने। अमृतपाल नूं शह दित्ती जा रही है। मैं पहलां ही रौला पाया सीगा। होर भी कई जने जिहड़े विरोधी पार्टियां दे आगू जो ने वो वार-वार अमृतपाल सिंह दे मामले 'च बोल रहे आ। तो असीं कौमी मीडिया की तो पहली गल करते हुंदे कि कौमी मीडिया नूं तां कोई मुद्दा चाहीदा आ। गल भावें कुछ भी ना होवे, मरी भावें कीड़ी भी होवे, तो उन्होंने हाथी बना ही देना हुंदा आ। ये कौमी मीडिया दा जिहड़ा आ एक प्राप्य गंढा इन्ना क ज़्यादा आ। वार वार सवाल हुंदा आ बई आखिर सिख कौम ने एडा की गुनाह कर दिता आ कि तुसी जे कोई एक जना घर दे विचों एक टब्बर आ उहदे विचों एक जना माड़ा निकल आवे तो तुसी सारे टब्बर नूं क्यों दोषी बनाउने पए हो। इन्हां लाणतियां नूं हजे तक ये नहीं पता लग्या कौमी मीडिया वालियां नूं। इन्हां नूं कोई भी पुछण वाला नहीं हैगा, कोई सरकार पुछण वाली नहीं, कोई कानून पुछण वाला नहीं गा भी इदियां बेहयाइयां जिहड़ियां आ वो तुसी क्यों करनियां शुरू कर दित्तियां। सिर्फ एक अमृतपाल दे मुद्दे करके तुसी फिर पंजाब नूं एडा क बद्दू कर दिता, तुसी सिखां नूं इन्ना क बद्दू कर दिता आ। बड़ी हैरानी है इस गल दे उत्ते। पर इत्थे मैं जिहड़ी गल तुहाडे नाल अज करन जा रहा आ ਉਹ ਵੇਲਾ ਜਿਹਨੂੰ ਪੰਜਾਬ ਦਾ ਕਾਲਾ ਦੌਰ ਕਿਹਾ ਜਾਂਦਾ ਆ, ਜਦੋਂ ਧਰਮ ਯੁੱਧ ਮੋਰਚਾ ਲੱਗਿਆ ਸੀ, ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੁੰਦੇ ਸਨ, ਉਸ ਜ਼ਮਾਨੇ ਦੇ ਵਿੱਚ ਇੱਕ ਨਾਮ ਡੀਜੀਪੀ ਰਬੀਰੋ ਦਾ ਵੀ ਆਉਂਦਾ ਸੀਗਾ, ਜੂਲੀਓ ਰਬੀਰੋ ਦਾ ਨਾਮ ਆਉਂਦਾ ਸੀਗਾ। ਤੇ ਉਹ ਵੀ ਜਿਸ ਤਰੀਕੇ KPS ਗਿੱਲ ਜਿਹੜੇ ਆ ਉਹਦੀ ਜਗ੍ਹਾ ਦੇ ਉੱਤੇ ਬਾਅਦ ਵਿੱਚ ਆਉਂਦੇ ਆ। ਰਬੀਰੋ ਪਹਿਲਾਂ ਰਹੇ ਆ। ਰਬੀਰੋ ਨੇ ਵੀ ਬਹੁਤ ਸਾਰਾ ਕੁਛ ਕੀਤਾ ਸੀ ਉਸ ਦੌਰ ਦੇ ਵਿੱਚ। ਉਹਦੀਆਂ ਵੀ ਜਿਹੜੀਆਂ ਆ ਖਬਰਾਂ ਕਾਫੀ ਚਰਚਾ ਦੇ ਵਿੱਚ ਰਹਿੰਦੀਆਂ ਸੀਗੀਆਂ। ਇਹ ਜਦੋਂ ਰਿਟਾਇਰ ਹੋ ਜਾਂਦੇ ਆ ਵੱਡੇ ਪੁਲਿਸ ਅਧਿਕਾਰੀ, ਵੱਡੇ ਅਹੁਦਿਆਂ 'ਤੇ ਬਹਿਣ ਵਾਲੇ, ਫਿਰ ਕਈ ਵਾਰੀ ਆਪਣੀਆਂ ਯਾਦਾਂ ਲਿਖਦੇ ਆ। ਜਿਸ 84 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨ ਵਾਲਾ ਜਿਹੜਾ ਕੁਲਦੀਪ ਸਿੰਘ ਬਰਾੜ ਹੈ ਉਹ ਆਪਣੀਆਂ ਯਾਦਾਂ ਲਿਖਦਾ ਆ। ਉਸ ਤੋਂ ਬਾਅਦ ਅਸੀਂ ਦੇਖਿਆ ਕਿ ਹੋਰਾਂ ਨੇ ਯਾਦਾਂ ਲਿਖੀਆਂ, ਮਾਰਕ ਟੱਲੀ ਵਰਗੇ ਪੱਤਰਕਾਰਾਂ ਨੇ ਯਾਦਾਂ ਲਿਖੀਆਂ। ਰਬੀਰੋ ਨੇ ਵੀ ਹੁਣ ਜਿਹੜੀ ਆ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਕੁਰੇਦਦਿਆਂ ਹੋਇਆਂ ਅੰਮ੍ਰਿਤਪਾਲ ਸਿੰਘ ਦੇ ਉੱਤੇ ਨਿਸ਼ਾਨਾ ਰੱਖਿਆ ਆ। ਰਬੀਰੋ ਦਾ ਕੀ ਕਹਿਣਾ ਆ ਕਿ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਫਰਾਰੀ ਆ ਉਹ ਕਈ ਸ਼ੰਕਿਆਂ ਨੂੰ ਜਨਮ ਦਿੰਦੀ ਆ, ਕਿਉਂਕਿ ਦਹਾਕਿਆਂ ਪਹਿਲਾਂ ਪੰਜਾਬ ਜਿਸ ਦੌਰ ਵਿੱਚੋਂ ਲੰਘਿਆ ਉਸ ਨੂੰ ਦੇਖਦੇ ਹੋਏ ਇਸ ਸੰਭਾਵਿਤ ਅੱਤਵਾਦੀ ਦਾ ਪਤਾ ਲਗਾਉਣਾ ਅਤਿਅੰਤ ਜ਼ਰੂਰੀ ਆ। ਅੱਤਵਾਦੀ ਅੰਮ੍ਰਿਤਪਾਲ ਨੂੰ ਕਹਿ ਕੇ ਰਬੀਰੋ ਸੰਬੋਧਨ ਕਰ ਰਿਹਾ ਆ। ਪੰਜਾਬ ਵਿੱਚ ਖੁਦ ਨੂੰ ਖਾਲਿਸਤਾਨੀ ਨਾਇਕ ਵਜੋਂ ਪੇਸ਼ ਕਰਨ ਵਾਲਾ ਅੰਮ੍ਰਿਤਪਾਲ ਸਿੰਘ ਫਰਾਰ ਆ। ਆਪਾਂ ਜਿਹੜੀ ਗੱਲ ਕਰਾਂਗੇ ਉਹ ਸਾਰੀ ਰਬੀਰੋ ਦੇ ਹਵਾਲੇ ਨਾਲ ਹੀ ਕਰਾਂਗੇ ਔਰ ਵਿੱਚ ਨੁਕਤੇ ਆਪਣੇ ਜਿਹੜੇ ਆ ਉਹ ਦੱਸੀ ਜਾਵਾਂਗੇ ਵੀ ਕਿੱਥੇ ਕਿੱਥੇ ਹੋਰ ਕੀ ਹੋਇਆ ਆ। ਤਾਂ ਅਜੇ ਤੱਕ ਪੰਜਾਬ ਪੁਲਿਸ ਉਸ ਨੂੰ ਲੱਭ ਨਹੀਂ ਸਕੀ। ਅੰਮ੍ਰਿਤਪਾਲ ਬਹੁਤ ਤੇਜ਼ ਹੈ ਅਤੇ ਬਹੁਤ ਆਸਾਨੀ ਨਾਲ ਪੁਲਿਸ ਨਾਲ ਲੁਕਣ ਮੀਟੀ ਖੇਡ ਸਕਦਾ ਆ। ਇਸ ਬਾਰੇ ਕੁਝ ਵੀ ਅਸਾਧਾਰਨ ਨਹੀਂ ਹੈ। ਸਾਡੇ ਪੁਲਿਸ ਬਲ ਪਹਿਲਾਂ ਵੀ ਅਜਿਹੇ ਮਸਲਿਆਂ ਵਿੱਚ ਭਗੌੜਿਆਂ ਦਾ ਪਿੱਛਾ ਕਰਦੇ ਰਹੇ ਨੇ। ਦਹਾਕਿਆਂ ਪਹਿਲਾਂ ਪੰਜਾਬ ਜਿਸ ਦੌਰ ਦੇ ਵਿੱਚੋਂ ਲੰਘਿਆ ਆ ਉਸ ਨੂੰ ਦੇਖਦਿਆਂ ਹੋਇਆਂ ਇਸ ਸੰਭਾਵਿਤ ਅੱਤਵਾਦੀ ਦਾ ਪਤਾ ਲਗਾਉਣਾ ਅਤਿਅੰਤ ਜ਼ਰੂਰੀ ਹੈ। ਵੈਸੇ ਅਸੀਂ ਜੇ ਖਾੜਕੂ ਰਹੇ ਆ ਤੇ ਉਹਨਾਂ ਨੂੰ ਖਾੜਕੂ ਸਿੰਘ ਹੀ ਕਿਹਾ, ਅਸੀਂ ਅੱਤਵਾਦੀ ਨਹੀਂ ਕਿਹਾਗਾ।
ਦੇਸ਼ ਵਿੱਚ ਤਾਂ ਪਹਿਲਾਂ ਵੀ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ ਇਦਾਂ ਕਹਿ ਕੇ ਸੰਬੋਧਨ ਕੀਤਾ ਜਾਂਦਾ ਰਿਹਾ। ਅੱਤਵਾਦੀ ਆਤੰਕ ਫੈਲਾਉਣ ਵਾਲਾ ਹੁੰਦਾ ਆ। ਆਪਦੇ ਹੱਕ ਮੰਗਦੇ ਜਿਹੜੇ ਲੋਕ ਆ ਉਹ ਉਹਨਾਂ ਨੂੰ ਅੱਤਵਾਦੀ ਨਹੀਂ ਕਿਹਾ ਜਾਂਦਾਗਾ। ਜਿਹੜੇ ਆਪਣੇ ਹੱਕਾਂ ਦੀ ਖਾਤਰ ਝੰਡੇ ਬੁਲੰਦ ਕਰਦੇ ਉਹਨਾਂ ਨੂੰ ਅੱਤਵਾਦੀ ਨਹੀਂ ਕਿਹਾ ਜਾਂਦਾ। ਇਸ ਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈਗੀ। ਪਰ ਹੁਣ ਜਿਸ ਤਰੀਕੇ ਦਾ ਉਸ ਵੇਲੇ ਜਿਹੜੇ ਮੰਗ ਕਰਦੇ ਸੀ ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ, ਜਿਹੜੇ ਧਰਮ ਯੁੱਧ ਮੋਰਚੇ ਵਿੱਚ ਸੀਗੇ, ਉਹਨਾਂ ਨੂੰ ਵੀ ਉਸ ਵੇਲੇ ਦੀ ਲੌਬੀ ਨੇ ਇਸ ਤਰੀਕੇ ਨਾਲ ਬਦਨਾਮ ਕੀਤਾ। ਇੱਥੇ ਵੀ ਹੁਣ ਅੱਜ ਜਿਹੜੀ ਗੱਲ ਕਰਦੇ ਆ ਕਿ ਜਦੋਂ ਮੁੱਦਾ ਚਾਹੇ ਕੌਮੀ ਮੀਡੀਆ ਨੂੰ ਥਿਆ ਜਾਵੇ, ਚਾਹੇ ਵਿਰੋਧੀ ਧਿਰਾਂ ਨੂੰ, ਵਿਰੋਧੀ ਪਾਰਟੀਆਂ ਨੂੰ, ਸਿੱਖ ਵਿਰੋਧੀਆਂ ਨੂੰ ਥਿਆ ਜਾਵੇ, ਤੇ ਉਹ ਹਮੇਸ਼ਾ ਸਿੱਖਾਂ ਨੂੰ ਇੱਕੋ ਹੀ ਟਾਰਗੇਟ ਕਰਦੇ ਆ ਕਿ ਤੁਸੀਂ ਅੱਤਵਾਦੀ ਹੋ, ਤੁਸੀਂ ਅੱਤਵਾਦੀ ਹੋ। ਬਈ ਵਾਕਈ ਅੱਤਵਾਦੀ ਆ ਜਿਹੜੇ ਤੁਹਾਡੇ ਵਾਸਤੇ ਲੰਗਰ ਲਾ ਲੈਂਦੇ ਆ, ਵਾਕਈ ਅੱਤਵਾਦੀ ਆ ਜਿਹੜੇ ਤੁਹਾਡੀਆਂ ਮਾੜੀਆਂ ਭੀੜਾਂ, ਔਂਕੜਾਂ, ਸੰਕਟਾਂ, ਜੋ ਹੋਰ ਇਸ ਤਰ੍ਹਾਂ ਦੀਆਂ ਮੁਸੀਬਤਾਂ ਆਉਂਦੀਆਂ ਉਸ ਸਮੇਂ ਤੁਹਾਡੇ ਲਈ ਆ ਕੇ ਖੜ ਜਾਂਦੇ ਆ, ਮਦਦ ਭੇਜ ਦਿੰਦੇ ਆ, ਤੁਹਾਨੂੰ ਖਾਣ ਪੀਣ ਤੋਂ ਲੈ ਕੇ, ਰਿਹਾਇਸ਼ ਤੋਂ ਲੈ ਕੇ ਤੇ ਹੋਰ ਮਦਦ ਜਿਹੜੀ ਦੇ ਦਿੰਦੇ ਆ। ਵਾਕਈ ਅੱਤਵਾਦੀ ਆ। ਵਾਹਿਗੁਰੂ ਨੇ ਪੈਦਾ ਹੀ ਇਸ ਤਰੀਕੇ ਕੀਤੀ ਇਹ ਸਿੱਖ ਕੌਮ ਕਿ ਵਾਕਈ ਇਹ ਅੱਤਵਾਦੀ ਆ। ਜੇ ਅੱਤਵਾਦੀ ਜਾਂ ਵੱਖਵਾਦੀ ਨਾ ਹੁੰਦੇ ਤਾਂ ਸ਼ਾਇਦ ਮੈਨੂੰ ਲੱਗਦਾ ਕਿ ਜਿਸ ਤਰੀਕੇ ਦੀਆਂ ਇਹ ਗੱਲਾਂ ਕੌਮੀ ਮੀਡੀਆ ਜਾਂ ਵਿਰੋਧੀ ਕਰਦੇ ਆ ਇਹ ਸੰਬੋਧਨ ਕਰਕੇ, ਤਾਂ ਫਿਰ ਵੀ ਇਹ ਸਿੱਖਾਂ ਦੀ ਬਹੁਤ ਵੱਡੀ ਭਲੇ ਮਾਨਸੀ ਹੈ, ਸਿੱਖਾਂ ਦੀ ਬਹੁਤ ਵੱਡੀ ਦਿਆਂਤਦਾਰੀ ਹੈ ਕਿ ਉਹ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦੀ ਕੌਮ, ਉਹ ਫਿਰ ਵੀ ਖੜ ਜਾਂਦੀ ਆ। ਉਹਨਾਂ ਦੇ ਮਨਾਂ ਦੇ ਵਿੱਚ ਹਿੰਦੂ ਸਿੱਖਾਂ ਦੇ ਨਾਲ ਜਿਹੜੇ ਮੋਹ ਮੁਹੱਬਤਾਂ ਦੇ ਰਲੇਵਿਆਂ ਦੀ ਗੱਲ ਵੀ ਹੈ ਉਹ ਕਦੇ ਵੀ ਨਹੀਂ ਕਰਦੇਗੇ। ਪੰਜਾਬ ਦੇ ਵਿੱਚ ਤਾਂ ਹੁਣ ਸਥਿਤੀ ਅਜਿਹੀ ਹੈ ਕਿ ਪੰਜਾਬ ਦੇ ਵਿੱਚ ਸਦੀਆਂ ਤੋਂ ਜਿਹੜਾ ਹਿੰਦੂ ਸਿੱਖ ਭਾਈਚਾਰਾ ਹੈ ਉਹ ਇਕੱਠਾ ਰਹਿੰਦਾ ਆ ਰਿਹਾ, ਪਰ ਬਦਨਾਮ ਕਰਨ ਵਾਲਿਆਂ ਨੇ, ਖੌਰੂ ਪਾਉਣ ਵਾਲਿਆਂ ਨੇ ਇਸ ਨੂੰ ਤਾਕਤ ਉੱਤੇ ਰੱਖ ਕੇ ਜੋ ਵਾਹਿਯਾਤ ਬਕਵਾਸ ਕੀਤੀ ਆ ਉਹ ਸਾਡੇ ਸਾਹਮਣੇ ਆਉਂਦੀ ਆ। ਇੱਥੇ ਇਹ ਗੱਲ ਕੀਤੀ ਜਾ ਰਹੀ ਹੈ ਕਿ ਅਜਿਹੇ ਅੱਤਵਾਦੀ ਦਾ, ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀਗਾ, ਕਿ ਉਹਦਾ ਪਤਾ ਲਗਾਉਣਾ ਅਤਿਅੰਤ ਜ਼ਰੂਰੀ ਆ। ਇੱਕ ਰਿਪੋਰਟ ਵਿੱਚ ਸੰਕੇਤ ਦਿੱਤਾ ਗਿਆ ਹੈ ਕਿ ਉਹ ਨੇਪਾਲ ਪਹੁੰਚ ਗਿਆ ਆ। ਤਾਜ਼ਾ ਗੱਲ ਇਹ ਆ ਕਿ ਉਹ ਭੇਸ ਬਦਲ ਕੇ ਦਿੱਲੀ ਵਿੱਚ ਹੈ। ਔਰ ਇੱਥੇ ਆਪਾਂ ਗੱਲ ਕਰ ਦਿੰਦੇ ਹਾਂ ਇੱਕ ਅੰਗਰੇਜ਼ੀ ਕਿਤਾਬ ਦੇ ਹਵਾਲੇ ਦੇ ਨਾਲ। ਬੇਰਨੇਸ ਓਰਸੀ ਦਾ ਸਕਾਰਲੈਟ ਪਿਪਰ ਨੇਲ ਨਾਂ ਦਾ ਇੱਕ ਨਾਵਲ ਹੈ। ਉਹਦੇ ਵਿੱਚ ਇੱਕ ਗੱਲ ਲਿਖੀ ਹੈ ਕਿ ਉਹ ਉਸ ਨੂੰ ਇੱਥੇ ਲੱਭਦੇ ਨੇ, ਉਹ ਉਸ ਨੂੰ ਉੱਥੇ ਲੱਭਦੇ ਨਹੀਂ। ਪੰਜਾਬ ਪੁਲਿਸ ਉਸ ਨੂੰ ਹਰ ਥਾਂ ਲੱਭਦੀ ਹੈ। ਇਹ ਸਥਿਤੀ ਹੈ ਕਿ ਉਹ ਸਵਰਗ ਵਿੱਚ ਹੈ, ਸਵਾਲ ਖੜਾ ਕੀਤਾ ਆ, ਜਾਂ ਕਿ ਉਹ ਨਰਕ ਵਿੱਚ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਇਹ ਜਾਣਨਾ ਚਾਹੁੰਦੀ ਹੈ ਕਿ ਅੰਮ੍ਰਿਤਪਾਲ ਨੇ 80,000 ਪੁਲਿਸ ਮੁਲਾਜ਼ਮਾਂ ਵਾਲੀ ਫੋਰਸ ਨੂੰ ਕਿਵੇਂ ਚਕਮਾ ਦੇ ਦਿੱਤਾ। ਅਦਾਲਤ ਨੂੰ ਉਸ ਦੀ ਸਖਤ ਟਿੱਪਣੀ ਲਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਤੱਥ ਇਹ ਹੈ ਕਿ 80,000 ਦਾ ਅੰਕੜਾ ਬਲ ਦੀ ਪ੍ਰਮਾਣਿਤ ਤਾਕਤ ਨੂੰ ਦਰਸਾਉਂਦਾ ਆ ਵੀ ਇੰਨੀ ਤਾਕਤ ਸੀਗੀ। ਔਰ ਇੱਥੇ ਤਾਂ ਹੁਣ ਵਿਰੋਧੀ ਪਾਰਟੀਆਂ ਕਹਿੰਦੀਆਂ ਹੈ ਕਿ ਇਹ ਗੇਮ ਜਿਹੜੀ ਆ ਕੇਂਦਰ ਤੇ ਭਗਵੰਤ ਮਾਨ ਸਰਕਾਰ ਨੇ ਰਲ ਕੇ ਖੇਡੀ ਹੈ, ਤੇ ਜਿਹੜੀਆਂ ਬਾਹਰੋਂ ਜਿਹੜੀ ਫੋਰਸ ਮੰਗਾਈ ਗਈ ਹੈ, ਜਿਹੜੇ ਸੁਰੱਖਿਆ ਕਰਮਚਾਰੀ ਜਿਹੜੇ ਆ ਉਹ ਲਾਏ ਗਏ ਆ। ਹਾਲਾਂਕਿ ਇੱਥੇ ਮੈਂ ਬਾਜਵੇ ਹੋਣ ਦੀ ਗੱਲ ਕਰਦਾ ਆ, ਪ੍ਰਤਾਪ ਸਿੰਘ ਬਾਜਵਾ ਹੋਣੀ, ਉਹਨਾਂ ਨੇ ਵੀ ਪਟਿਆਲੇ ਦੇ ਵਿੱਚ ਕੱਲ੍ਹ ਜਦੋਂ ਧਰਨਾ ਸੀਗਾ ਉੱਥੇ ਵੀ ਇਹ ਗੱਲ ਚੁੱਕੀ ਸੀਗੀ ਕਿ ਦੇਖੋ ਪੰਜਾਬੀਆਂ ਦੀਆਂ ਜੇਬਾਂ ਦੇ ਉੱਤੇ ਬੋਝ ਪੈ ਰਿਹਾ। ਜਿਹੜੀਆਂ ਫੋਰਸਾਂ ਮੰਗਾਈ ਬੈਠਾ ਭਗਵੰਤ ਮਾਨ, ਇਹਦਾ ਕਰੋੜਾਂ ਰੁਪਏ ਦਾ ਬੋਝ ਜਿਹੜਾ ਆ ਉਹ ਪੰਜਾਬ ਦੇ ਉੱਤੇ ਪੈ ਰਿਹਾ, ਪੰਜਾਬ ਦੇ ਲੋਕਾਂ ਦੇ ਉੱਤੇ ਪੈ ਰਿਹਾ ਆ। ਇੱਦਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਕਿਉਂ ਬੁਲਾਈ ਆ? ਇੱਥੇ ਹੈਰਾਨੀ ਇੱਕ ਗੱਲ ਦੀ ਹੈ ਕਿ ਜਿਵੇਂ ਰਬੀਰੋ ਹੁਣਾਂ ਨੇ ਇਹ ਮੁੱਦਾ ਚੁੱਕਿਆ ਕਿ 80,000 ਦੀ ਨਫਰੀ ਹੋਵੇ ਪੰਜਾਬ ਪੁਲਿਸ ਦੀ, ਫਿਰ ਵੀ ਅੰਮ੍ਰਿਤਪਾਲ ਜਿਹੜਾ ਆ ਜਿਹਦੇ ਵਾਸਤੇ ਲਗਾਤਾਰ ਮੁਸਤੈਦੀ ਵਿਖਾ ਰਹੀ ਸੀ ਪੁਲਿਸ, ਫਿਰ ਕਿਵੇਂ ਉਹ ਫਰਾਰ ਹੋ ਜਾਂਦਾ। ਇਹੀ ਚੀਜ਼ਾਂ ਸ਼ੰਕੇ ਖੜੇ ਕਰਦੀਆਂ ਆ। ਦੂਸਰੇ ਪਾਸੇ ਜਦੋਂ ਏਜੰਸੀਆਂ ਦੇ ਜਿਹੜੇ ਸੀਗੇ ਬੰਦੇ ਉਹ ਵੀ ਇਸੇ ਪੱਖ ਦੇ ਵਿੱਚ ਸੀਗੇ ਕਿ ਉਹ ਆ ਕੇ ਅੰਮ੍ਰਿਤਪਾਲ ਦੀ ਭਾਲ ਵਿੱਚ ਲੱਗਣ, ਫਿਰ ਜਿਹੜੀਆਂ ਉੱਥੋਂ ਫੋਰਸਾਂ ਮੰਗਾਈਆਂ ਉਹਨਾਂ ਨੇ ਰਲ ਮਿਲ ਕੇ ਇਸ ਮਿਸ਼ਨ ਨੂੰ ਗਾਂਹ ਤੋਰਿਆ ਸੀ, ਪਰ ਫਿਰ ਵੀ ਇਹ ਮਿਸ਼ਨ ਫੇਲ ਹੋਇਆ, ਅੰਮ੍ਰਿਤਪਾਲ ਨੂੰ ਗ੍ਰਿਫਤਾਰ ਨਹੀਂ ਹੋ ਸਕਿਆ। ਇਸ ਕਰਕੇ ਇਹ ਜਿਹੜੇ ਸ਼ੰਕੇ ਆ ਇਹਨਾਂ ਦੇ ਉੱਤੇ ਗੱਲ ਕੀਤੀ ਜਾ ਰਹੀ ਆ। ਮੌਤ ਜਾਂ ਸੇਵਾ ਮੁਕਤੀ ਜਾਂ ਹੋਰ ਕਾਰਕਾਂ ਕਰਕੇ ਖਾਲੀ ਅਸਾਮੀਆਂ ਦੀ ਗਿਣਤੀ ਜੇ ਵੱਧ ਨਹੀਂ ਤਾਂ 5% ਘਟ ਜਾਂਦੀ ਹੈ। ਪੁਲਿਸ ਵਾਲਿਆਂ ਦੀ ਗੱਲ ਹੋ ਰਹੀ ਹੈ, ਉਹ ਕਹਿ ਰਹੇ ਆ ਕਿ ਇਸ ਤੋਂ ਇਲਾਵਾ ਕੁਝ ਛੁੱਟੀ 'ਤੇ ਨੇ ਤੇ ਇਹਨਾਂ ਦੀ ਗਿਣਤੀ ਜ਼ਿਆਦਾ ਆ। ਕਈਆਂ ਨੂੰ VIP ਸੁਰੱਖਿਆ, ਕਈ ਸਰਕਾਰੀ ਦਫ਼ਤਰਾਂ 'ਚ ਆ, ਮੰਤਰੀਆਂ ਦੇ ਨਾਲ ਲੱਗਿਆ, ਸੀਨੀਅਰ ਅਧਿਕਾਰੀਆਂ ਦੀ ਸੁਰੱਖਿਆ 'ਚ ਤੈਨਾਤ ਕੀਤੇ ਗਏ ਆ। ਇਹਨਾਂ ਵਿੱਚੋਂ ਜ਼ਿਆਦਾਤਰ ਡਿਊਟੀਆਂ ਪੁਲਿਸ ਵਿੱਚੋਂ ਹੀ ਲਗਾਈਆਂ ਜਾਂਦੀਆਂ ਨੇ ਕਿਉਂਕਿ ਉਹਨਾਂ ਦੀ ਤਾਇਨਾਤੀ ਲਈ ਕੋਈ ਅਧਿਕਾਰਤ ਪਾਬੰਦੀਆਂ ਨਹੀਂ ਹਨ। ਸਰਕਾਰ ਦੇ ਉੱਤੇ ਦਬਾਅ ਪਾਇਆ ਜਾਂਦਾ ਆ
ਜੇ ਡੀਜੀਪੀ ਨੂੰ 80,000 ਦੀ ਪ੍ਰਵਾਨਿਤ ਗਿਣਤੀ ਵਿੱਚੋਂ ਮੁਲਾਜ਼ਮ ਮੁਹੱਈਆ ਕਰਵਾਉਣ ਲਈ ਨਿਰਦੇਸ਼ ਦਿੰਦੀ ਹੈ। ਅੰਤਮ ਸਿੱਟਾ ਇਹ ਨਿਕਲਿਆ ਹੈ ਕਿ ਪੁਲਿਸ ਸਟੇਸ਼ਨ ਇੱਕ ਉੱਭਰਦੇ ਨੇਤਾ ਦੀ ਗ੍ਰਿਫਤਾਰੀ ਵਰਗੀ ਅਹਿਮ ਕਾਰਵਾਈ ਨੂੰ ਅੰਜਾਮ ਦੇਣ ਲਈ ਲੋੜੀਂਦੀ ਫੋਰਸ ਨੂੰ ਇਕੱਠਾ ਨਹੀਂ ਕਰ ਸਕੇ। ਇਸ ਕਾਰਨ ਸਰਕਾਰ ਇਸ ਸਥਿਤੀ ਨਾਲ ਨਜਿੱਠਣ ਦੇ ਵਿੱਚ ਅਸਫਲ ਰਹੀ ਹੈ। ਪੰਜਾਬ ਦੇ ਸਾਬਕਾ ਡੀਜੀਪੀ ਦੀ ਸਟੇਟਮੈਂਟ ਹੈ ਰਬੀਰੋ ਦੀ। ਤੁਸੀਂ ਰਬੀਰੋ ਦੇ ਨਾਂ ਨਾਲ ਪੰਜਾਬੀਓ ਬਹੁਤਾ ਜਾਣਦੇ ਹੋ ਤਾਂ ਇਹ ਉਹਦੀ ਸਟੇਟਮੈਂਟ ਹੈ। ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਸਾਨੂੰ ਸੂਬਾ ਸਰਕਾਰ ਨੂੰ ਕਾਰਵਾਈ ਕਰਨ ਲਈ ਪ੍ਰੇਰਿਤ ਕਰਨ ਲਈ ਗ੍ਰਹਿ ਮੰਤਰਾਲੇ ਦੀ ਤਾਰੀਫ ਕਰਨੀ ਚਾਹੀਦੀ ਹੈ। ਇੱਥੇ ਉਹ ਰਬੀਰੋ ਗੱਲ ਕਰਦੇ ਆ ਕਿ ਮੇਰੇ ਦੋਸਤ ਪ੍ਰਕਾਸ਼ ਸਿੰਘ ਨੇ ਇੱਕ ਆਨਲਾਈਨ ਮੈਗਜ਼ੀਨ ਵਿੱਚ ਇੱਕ ਅਨੁਭਵੀ ਵਿਸ਼ਲੇਸ਼ਣ ਲਿਖਿਆ ਆ ਜੋ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ ਤੋਂ ਪੈਦਾ ਹੁੰਦੇ ਖਤਰੇ ਦੀ ਸਮਝ ਪ੍ਰਦਾਨ ਕਰਦਾ ਹੈ। ਅੰਮ੍ਰਿਤਪਾਲ ਨੂੰ ਫੜਨ ਲਈ ਆਪਰੇਸ਼ਨ ਦੌਰਾਨ ਪੁਲਿਸ ਸਟੇਸ਼ਨ ਤੋਂ ਕਿਤੇ ਵੱਧ ਬੰਦਿਆਂ ਦੀ ਲੋੜ ਸੀ। ਦੁਬਈ ਤੋਂ ਵਾਪਸ ਆਉਣ ਅਤੇ ਵਾਰਿਸ ਪੰਜਾਬ ਦੇ ਮੁਖੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਸ ਨੇ ਸਾਲ ਦੌਰਾਨ ਕਾਫੀ ਬਦਨਾਮੀ ਹਾਸਲ ਕੀਤੀ ਹੈ। ਅਜਨਾਲਾ ਪੁਲਿਸ ਨਾਲ ਉਸ ਦੀ ਝੜਪ ਤੋਂ ਬਾਅਦ ਉਸ ਨੇ ਆਪਣਾ ਸੀਮਤ ਪ੍ਰਭਾਵ ਦੇ ਦਾਇਰੇ ਤੋਂ ਬਾਹਰ ਦੇਖਿਆ ਅਤੇ ਵਿਗੜਦੀ ਆਰਥਿਕਤਾ ਤੋਂ ਨਿਰਾਸ਼ ਬਹੁਤ ਸਾਰੇ ਹੋਰ ਪੈਰੋਕਾਰਾਂ ਨੂੰ ਇਕੱਠਿਆਂ ਕੀਤਾ। ਜੇਕਰ ਅੰਮ੍ਰਿਤਪਾਲ ਵਰਗੀ ਹਿੰਮਤੀ ਨੂੰ ਹੋਰ ਢਿੱਲ ਦਿੱਤੀ ਜਾਂਦੀ ਹੈ ਤਾਂ ਇਸ ਸੂਬੇ ਲਈ ਖਤਰਨਾਕ ਸਾਬਤ ਹੋ ਸਕਦਾ ਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੰਮ੍ਰਿਤਪਾਲ ਨੇੜਲੇ ਥਾਣੇ ਵਿੱਚ ਮਾਰਸ਼ਲ ਕੀਤੇ ਜਾ ਰਹੇ ਪੁਲਿਸ ਮੁਲਾਜ਼ਮਾਂ ਦੀ ਹਰਕਤ ਤੋਂ ਚੌਕਸ ਹੋ ਗਿਆ ਸੀ। ਹੋ ਸਕਦਾ ਸੀ ਕਿ ਉਸ ਕੋਲ ਪੁਲਿਸ ਰੈਂਕ ਵਿੱਚ ਮੁਖਬਰ ਵੀ ਸਨ। ਇਹ ਵੀ ਸੱਚ ਹੈ ਕਿ ਵਿਰੋਧੀ ਨੂੰ ਦੌੜ ਵਿੱਚ ਹਮੇਸ਼ਾ ਅੱਗੇ ਰਹਿਣਾ ਪੈਂਦਾ ਆ ਕਿਉਂਕਿ ਉਸ ਦਾ ਮੁਕਾਬਲਾ ਬਹੁਤ ਜ਼ਿਆਦਾ ਤਾਕਤਵਰ ਜਿਹੜੇ ਵਿਰੋਧੀ ਹੁੰਦੇ ਨੇ ਇੱਕ ਸਟੇਟ ਨਾਲ ਹੁੰਦਾ ਆ। ਤੇ ਸਮੱਸਿਆ ਜਿਹੜੀ ਹੈ ਉਦੋਂ ਪੈਦਾ ਹੁੰਦੀ ਹੈ ਜਦੋਂ ਉਹ ਆਪਣੇ ਆਪ ਤੋਂ ਜ਼ਿਆਦਾ ਸੰਤੁਸ਼ਟ ਹੋ ਜਾਂਦੇ ਨੇ। ਅਖੀਰ ਉਸ ਦੀ ਇਹੀ ਚੀਜ਼ ਉਸ ਨੂੰ ਸਾਹਮਣੇ ਆਉਣ ਲਈ ਮਜਬੂਰ ਕਰ ਦੇਵੇਗੀ। ਆਮ ਤੌਰ 'ਤੇ ਇਹ ਹੁੰਦਾ ਆਇਆ ਹੈ। ਜਦੋਂ ਤੋਂ ਪੁਲਿਸ ਅੰਮ੍ਰਿਤਪਾਲ ਨੂੰ ਫੜਨ ਲਈ ਦੋਸਤੋ ਨਿਕਲੀ ਹੈ ਉਸ ਸਮੇਂ ਤੋਂ ਅੰਮ੍ਰਿਤਪਾਲ ਸਿੰਘ ਦੀਆਂ ਹਰਕਤਾਂ ਦੇ ਬਾਰੇ ਗੱਲ ਇਹ ਕਰ ਰਹੇ ਨੇ ਕਿ CCTV ਵਿੱਚ ਕੈਦ ਹੋ ਗਈਆਂ ਨੇ, ਟਰੇਸ ਹੋ ਗਈਆਂ ਨੇ। ਆਪਣੇ ਬਚਾਅ ਲਈ ਉਸ ਨੂੰ ਕਈ ਹੱਥ ਕੰਡਿਆਂ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪਿਆ ਹੈ। ਉਸ ਨੇ ਕਈ ਵਾਹਨ ਬਦਲੇ ਨੇ। ਇੱਕ ਵਾਰ ਉਸ ਨੂੰ ਜਗਾੜੂ ਰੇਹੜੀ ਦੇ ਉੱਤੇ ਜਾਂਦਿਆਂ ਦੇਖਿਆ ਗਿਆ ਜਿਸ ਬਾਰੇ ਮੈਂ ਪਹਿਲਾਂ ਨਹੀਂ ਸੁਣਿਆ। ਉਸ ਨੇ ਹਰਿਆਣਾ ਵਿੱਚ ਇੱਕ ਔਰਤ ਦੇ ਘਰ ਇੱਕ ਰਾਤ ਬਿਤਾਈ ਅਤੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਉੱਥੋਂ ਫਰਾਰ ਹੋ ਗਿਆ। ਪੰਜਾਬ ਤੋਂ ਬਾਹਰ ਉਸ ਦੀ ਉਪਯੋਗਤਾ ਜਿਹੜੀ ਹੈ ਉਹ ਬਿਲਕੁਲ ਸੀਮਿਤ ਹੋ ਜਾਵੇਗੀ। ਸ਼ਾਇਦ ਉਸ ਨੂੰ ਵਿਦੇਸ਼ ਤੋਂ ਸੰਚਾਲਨ ਕਰਨ ਦੀ ਇਜਾਜ਼ਤ ਦੇਣਾ ਸਾਡੇ ਲਈ ਵਧੇਰੇ ਫਾਇਦੇਮੰਦ ਹੈ ਜਿੱਥੇ ਉਹ ਲੀਡਰਸ਼ਿਪ ਲਈ ਗੁਰਪਤਵੰਤ ਸਿੰਘ ਪੰਨੂ ਨਾਲ ਮੁਕਾਬਲਾ ਕਰ ਸਕਦਾ ਹੈ। ਫਿਰ ਵੀ ਉਸ ਦਾ ਪਾਸਪੋਰਟ ਰੱਦ ਕੀਤਾ ਜਾਣਾ ਚਾਹੀਦਾ ਹੈ ਤੇ ਉਸ ਨੂੰ ਉਸ ਦੇ ਹੈਂਡਲਰਾਂ ਨੇ ਜੱਟ ਸਿੱਖ ਕਿਸਾਨੀ ਨੂੰ ਖਾਲਿਸਤਾਨ ਲਹਿਰ ਵਿੱਚ ਸ਼ਾਮਲ ਹੋਣ ਲਈ ਉਕਸਾਉਣ ਲਈ ਪੰਜਾਬ ਭੇਜਿਆ ਸੀ। ਇਹ ਗੱਲ ਕੀਤੀ ਉਹਨੇ। ਖਾਸ ਨੁਕਤਾ ਨੋਟ ਕਰਿਓ ਕਿ ਉਸ ਨੂੰ ਯਾਨੀ ਕਿ ਅੰਮ੍ਰਿਤਪਾਲ ਨੂੰ ਉਸ ਦੇ ਹੈਂਡਲਰਾਂ ਨੇ ਯਾਨੀ ਕਿ ਜਿਹੜੇ ਉਹਨੂੰ ਚਲਾ ਰਹੇ ਆ ਨੇ ਜੱਟ ਸਿੱਖ ਕਿਸਾਨੀ ਨੂੰ ਖਾਲਿਸਤਾਨ ਲਹਿਰ ਵਿੱਚ ਸ਼ਾਮਲ ਹੋਣ ਲਈ ਉਕਸਾਉਣ ਲਈ ਪੰਜਾਬ ਭੇਜਿਆ ਸੀ। ਇਹ ਲਹਿਰ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ UK ਵਿੱਚ ਰਹਿ ਰਹੇ ਪੰਜਾਬੀਆਂ ਤੱਕ ਸੀਮਿਤ ਹੈ। ਬਾਹਰਲੇ ਦੇਸ਼ਾਂ 'ਚ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਆ ਉਹਨਾਂ ਦੇ ਉੱਤੇ ਉਂਗਲ ਚੱਕੀ ਜਾ ਰਹੀ ਆ ਔਰ ਜਿਹੜੇ ਹੈਂਡਲਰ ਜਿਹੜੇ ਅੰਮ੍ਰਿਤਪਾਲ ਨੂੰ ਸੰਚਾਲਨ ਕਰ ਰਹੇ ਉਹਨਾਂ ਦੇ ਬਾਰੇ ਗੱਲ ਕੀਤੀ ਜਾ ਰਹੀ ਆ। ਪੰਜਾਬ ਅੰਦਰ ਇਸ ਨੂੰ ਬਹੁਤ ਘੱਟ ਸਮਰਥਨ ਪ੍ਰਾਪਤ ਹੈ। ਪੰਜਾਬ ਵਿੱਚ ਸਿੱਖਾਂ ਨੂੰ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਲੁਭਾਇਆ ਜਾ ਰਿਹਾ ਹੈ ਕਿਉਂਕਿ ਸਟੇਟ ਵਿੱਚ ਉਹਨਾਂ ਦੀ ਗਿਣਤੀ ਉਹਨਾਂ ਨੂੰ ਸਿਆਸੀ ਗਿਣਤੀਆਂ ਮਿਤੀਆਂ ਵਿੱਚ ਬੇਹੱਦ ਢੁਕਵੀਆਂ ਬਣਾਉਂਦੀ ਹੈ। ਪੰਜਾਬ ਨੇ ਅੱਤਵਾਦ ਦਾ ਦੌਰ ਹੰਡਾਇਆ ਤੇ ਬਹੁਤ ਨੁਕਸਾਨ ਚੱਲਿਆ। ਇਹ ਸ਼ੱਕ ਹੈ ਕਿ ਲੋਕ ਫਿਰ ਤੋਂ ਇੱਕ ਅਜਿਹੇ ਲਹਿਰ ਵਿੱਚ ਸ਼ਾਮਲ ਹੋਣਾ ਚਾਹੁੰਣਗੇ ਜਿਸ ਨੂੰ ਸਿਰਫ ਤਬਾਹੀ ਦੇ ਰੂਪ ਵਿੱਚ ਬਿਆਨ ਕੀਤਾ ਜਾ ਸਕਦਾ ਹੈ। ਪੂਰੀ ਦੁਨੀਆ ਵਿੱਚ ਕੋਈ ਵੀ ਅੱਤਵਾਦੀ ਲਹਿਰ ਕਾਮਯਾਬ ਨਹੀਂ ਹੋਈ। ਬੇਰੁਜ਼ਗਾਰੀ ਅਤੇ ਵਿਗੜਦੀ ਆਰਥਿਕਤਾ ਤੋਂ ਨਿਰਾਸ਼ ਬਹੁਤ ਸਾਰੇ ਨੌਜਵਾਨ ਖਾਲਿਸਤਾਨ ਦੇ ਵਿਚਾਰ ਨੂੰ ਸਮਝੇ ਬਿਨਾਂ ਇਸ ਦੇ ਪ੍ਰਭਾਵ ਦੇ ਹੇਠਾਂ ਆ ਸਕਦੇ ਨੇ। ਇਸ ਦੇ ਪ੍ਰਭਾਵ ਨੂੰ ਖੋਖਲਾ ਕਰਨ ਲਈ ਭਾਰਤੀ ਰਾਜ ਦੀ ਜ਼ਿੰਮੇਵਾਰੀ ਹੈ ਕਿ ਰਾਜ ਨੂੰ ਹਰ ਜ਼ਿਲ੍ਹੇ, ਹਰੇਕ ਤਹਿਸੀਲ, ਹਰ ਪਿੰਡ ਦੇ ਹਰੇਕ ਸਮੂਹ ਨੂੰ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੀ ਨਿਰੰਤਰ ਧਾਰਾ ਵਿੱਚ ਸ਼ਾਮਲ ਕਰਨਾ ਚਾਹੀਦਾ ਤਾਂ ਜੋ ਗੁੰਮਰਾਹ ਕੁਨ ਅੰਦੋਲਨ ਦੇ ਪ੍ਰਭਾਵਾਂ ਨੂੰ ਸਮਝਿਆ ਜਾ ਸਕੇ। ਚੁਣੀਆਂ ਗਈਆਂ ਟੀਮਾਂ ਦੇ ਮੈਂਬਰਾਂ ਨੂੰ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਇਸ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤੇ ਲੋਕਾਂ ਖਾਸ ਕਰਕੇ ਜੱਟ ਸਿੱਖ ਕਿਸਾਨਾਂ ਨੂੰ ਜਿੱਤਣ ਲਈ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਇਸ ਮੁੱਦੇ ਤੇ ਸਰਕਾਰ ਦੀ ਵਿਚਾਰਧਾਰਾ ਨਾਲ ਸਹਿਮਤੀ ਰੱਖਣ ਵਾਲੇ ਵਿਅਕਤੀਆਂ ਨੂੰ ਟੀਮ ਵਿੱਚ
ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਤਾਂ ਇਹਨਾਂ ਮੈਂਬਰਾਂ ਵਿੱਚ ਉੱਚ ਅਧਿਕਾਰੀਆਂ, ਮੁੱਖ ਮੰਤਰੀ, ਮੁੱਖ ਸਕੱਤਰ ਅਤੇ ਡੀਜੀਪੀ ਦੁਆਰਾ ਸੰਬੰਧਿਤ 2 ਦਿਨਾਂ ਦਾ 1 ਦਿਨ ਦੀ ਵਰਕਸ਼ਾਪ ਵਿੱਚ ਸਹੀ ਢੰਗ ਨਾਲ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨਾਲ ਦ੍ਰਿੜਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਦੇ ਹੋਏ ਵਾਰਿਸ ਪੰਜਾਬ ਦੇ ਦੁਆਰਾ ਨਿਸ਼ਾਨਾ ਬਣਾਏ ਗਏ ਭਾਈਚਾਰੇ ਦੇ ਦਿਲਾਂ ਅਤੇ ਦਿਮਾਗਾਂ ਨੂੰ ਜਿੱਤਣਾ ਬਹੁਤ ਮਹੱਤਵਪੂਰਨ ਹੈ। ਇੱਕ ਪਾਸੇ ਰਬੀਰੋ ਜੋ ਨੇ ਉਹ ਅੰਮ੍ਰਿਤਪਾਲ ਸਿੰਘ ਦੇ ਬਾਰੇ ਔਰ ਅੱਤਵਾਦ ਦੇ ਸੰਭਾਵਿਤ ਖਤਰਿਆਂ ਦੀ ਗੱਲ ਕਰ ਗਏ ਨੇ, ਦੂਸਰੇ ਪਾਸੇ ਪੰਜਾਬ ਦੇ ਪੱਖ ਦੀ ਵੀ ਗੱਲ ਕਰ ਰਹੇ ਨੇ, ਜੱਟ ਸਿੱਖਾਂ ਦੀ ਗੱਲ ਵੀ ਕਰ ਗਏ ਨੇ। ਨਾਲ ਹੀ ਉਹ ਗੱਲ ਕਰ ਰਹੇ ਆ ਕਿ ਪੰਜਾਬ ਸਰਕਾਰ ਜਿਹੜੀ ਆ ਉਸ ਨੂੰ ਰਲ ਕੇ ਇਹ ਉਪਰਾਲਾ ਕਰਨਾ ਚਾਹੀਦਾ, ਲੋਕਾਂ ਨੂੰ ਇਕੱਠੇ ਕੀਤਾ ਜਾਣਾ ਚਾਹੀਦਾ। ਸਿੱਖਾਂ ਨੂੰ ਜਾਂ ਪੰਜਾਬ ਨੂੰ ਜਿਸ ਤਰੀਕੇ ਬਦਨਾਮ ਕੀਤਾ ਜਾ ਰਿਹਾ ਉਸ ਮੁੱਦੇ ਉੱਤੇ ਵੀ ਉਂਗਲ ਧਰ ਗਏ ਨੇ ਕਿ ਬਦਨਾਮ ਨਾ ਕੀਤਾ ਜਾਵੇ, ਇਸ ਤਰੀਕੇ ਦਾ ਮਾਹੌਲ ਜਿਹੜਾ ਆ ਬਣਾਇਆ ਜਾਵੇ ਤਾਂ ਕਿ ਇੱਜ਼ਤ ਮਾਣ ਵੀ ਟਿਕਿਆ ਰਹੇ। ਪਰ ਇੱਥੇ ਇੱਕ ਗੱਲ ਆਉਂਦੀ ਆ ਕਿ ਇੱਕ ਪਾਸੇ ਜਿੱਥੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਬਹੁਤ ਫੋਰਸ ਲਾਈ ਗਈ ਹੈ, 84 ਵਾਲੇ ਉੱਥੇ ਮਾਹੌਲ ਨਜ਼ਰ ਆਇਆ ਪਿਛਲੇ ਦਿਨੀ। ਇਸ ਤੋਂ ਇਲਾਵਾ ਆਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਹੁਣ ਕਿਉਂਕਿ ਖਾਲਸਾ ਸਾਜਨਾ ਦਾ ਦਿਹਾੜਾ ਆ ਰਿਹਾ ਹੈਗਾ ਆ, ਵਿਸਾਖੀ ਆ ਰਹੀ ਆ 13 ਅਪ੍ਰੈਲ ਨੂੰ, ਤਾਂ ਉਸ ਤੋਂ ਪਹਿਲਾਂ ਜਿਹੜੀ ਪੁਲਿਸ ਵੀ ਉੱਥੇ ਕਾਫੀ ਮੁਸਤੈਦੀ ਨਾਲ ਜਿਹੜੀ ਆ ਪਹਿਰੇਦਾਰੀ ਕਰ ਰਹੀ ਆ, ਸੁਰੱਖਿਆ ਇੰਤਜ਼ਾਮ ਵਧਾਏ ਹੋਏ ਆ। ਅੰਮ੍ਰਿਤਪਾਲ ਸਿੰਘ ਬਾਰੇ ਵੱਖ-ਵੱਖ ਕਿਆਸਰੀਆਂ ਹੋ ਰਹੀਆਂ, ਪੁਲਿਸ ਜਗ੍ਹਾ ਚੱਪਾ ਛਾਣਦੀ ਪਈ ਆ। ਇਹ ਗੱਲ ਕੀਤੀ ਜਾ ਰਹੀ ਆ ਕਿ ਅੰਮ੍ਰਿਤਪਾਲ ਜਿਹੜਾ ਆ ਆਤਮ ਸਮਰਪਣ ਕਰ ਸਕਦਾ, ਸਰੈਂਡਰ ਕਰ ਸਕਦਾ, ਕਿਤੇ ਵੀ ਕਰ ਸਕਦਾ ਆ। ਇਸ ਤੋਂ ਪਹਿਲਾਂ ਹਾਲਾਂਕਿ ਅੰਮ੍ਰਿਤਪਾਲ ਸਿੰਘ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸਰਬੱਤ ਖਾਲਸਾ ਜਿਹੜੇ ਆ ਬੁਲਾਉਣ ਦੀ ਮੰਗ ਉਠਾਈ ਸੀ, ਪਰ ਇਸ 'ਤੇ ਮੈਂ ਕਹਿਣਾ ਚਾਹੂੰਗਾ ਕਿ ਵਾਰ-ਵਾਰ ਕਈ ਸਿੱਖ ਜਥੇਬੰਦੀਆਂ ਦੇ ਆਗੂ ਉੱਠ ਕੇ ਕਹਿੰਦੇ ਨੇ ਕਿ ਅੰਮ੍ਰਿਤਪਾਲ ਭਗੌੜਾ ਅਤੇ ਭਗੌੜੇ ਨੂੰ ਕੋਈ ਹੱਕ ਨਹੀਂ ਕਿ ਉਹ ਇਸ ਤਰੀਕੇ ਦੀ ਖੇਡ ਖੇਡੇ ਜਿਹੜੀ ਕਿ ਸਰਬੱਤ ਖਾਲਸਾ ਵਰਗੀ ਮੁੱਦੇ ਨੂੰ ਉਹ ਛੇੜ ਰਿਹਾ ਆ ਕਿ ਸਰਬੱਤ ਖਾਲਸਾ ਬੁਲਾਓ। ਆਖਰ ਕਾਹਦੇ ਵਾਸਤੇ ਬੁਲਾਓ? ਤੇ ਵਾਰ-ਵਾਰ ਜਿਹੜੀਆਂ ਵਿਰੋਧੀ ਸੁਰਾਂ ਉੱਠੀਆਂ ਉਹ ਅੰਮ੍ਰਿਤਪਾਲ ਦੇ ਨਿਸ਼ਾਨੇ 'ਤੇ ਲੈ ਰਹੀਆਂ ਆ ਕਿ ਬਹੁਤ ਸਾਰੇ ਜਿਹੜੇ ਭੋਲੇ ਭਾਲੇ ਨੌਜਵਾਨ ਮੁੰਡੇ ਫੜ ਕੇ ਉਹਨਾਂ ਦੇ ਉੱਤੇ ਵੱਡੀ ਜਿਹੜੀ ਆ ਉਹ ਧਾਰਾ ਲਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਧੱਕਿਆ ਗਿਆ ਆ। SGPC ਅਕਾਲੀ ਦਲ ਉਹਨਾਂ ਦੇ ਹੱਕ ਦੇ ਵਿੱਚ ਇੱਕ ਪਾਸੇ ਖੜਦਾ ਪਿਆ, ਦੂਜੇ ਪਾਸੇ ਪੰਜਾਬ ਸਰਕਾਰ 'ਤੇ ਉਂਗਲ ਚੱਕੀ ਜਾ ਰਹੀ ਆ ਕਿ ਉਹਨਾਂ ਦੇ ਬਾਰੇ ਬਿਲਕੁਲ ਨਹੀਂ ਸੋਚ ਰਹੇ। ਤੇ ਅੰਮ੍ਰਿਤਪਾਲ ਨੂੰ ਵੀ ਅੱਗੇ ਆਉਣਾ ਚਾਹੀਦਾ ਆ। ਅੰਮ੍ਰਿਤਪਾਲ ਨੂੰ ਤਾਂ ਸਿਰਫ ਪਿਛਲੇ ਦਿਨੀ ਜਿਹੜੀ ਵੀਡੀਓ ਵਾਇਰਲ ਹੋਈ ਉਹਦੇ ਵਿੱਚ ਇਹ ਗੱਲ ਕੀਤਾ ਕਿ ਮੈਂ ਚੜ੍ਹਦੀ ਕਲਾ ਵਿੱਚ ਆ, ਮੈਂ ਪ੍ਰਗਟ ਹੋਊਂਗਾ। ਲੋਕ ਇਸ ਚੀਜ਼ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ 'ਤੇ ਨਿਸ਼ਾਨਾ ਬਣਾ ਰਹੇ ਆ। ਹੋਰ ਜਿਹੜੇ ਕਈ ਬੁਲਾਰੇ ਸੋਸ਼ਲ ਮੀਡੀਆ ਉੱਤੇ ਆਪਣੇ ਪੇਜ ਚਲਾ ਕੇ ਬੈਠੇ ਆ, ਕਈ ਵਾਰੀ ਉਹ ਬੋਲਦੇ ਹੁੰਦੇ ਕਿ ਅੰਮ੍ਰਿਤਪਾਲ ਸਿੰਘ ਤੈਨੂੰ ਆਪਣਾ ਤਾਂ ਹੈਗਾ, ਤੂੰ ਤਾਂ ਕਿਹਾ ਵੀ ਮੈਂ ਚੜ੍ਹਦੀ ਕਲਾ 'ਚ ਆ, ਪਰ ਉਹਨਾਂ ਮਾਵਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਪੁੱਤ ਇੰਨੇ ਦਿਨਾਂ ਦੇ ਗ੍ਰਿਫਤਾਰ ਕੀਤੇ ਆ, ਤੇਰੀ ਚੜ੍ਹਦੀ ਕਲਾ ਕੀ ਕਰੂਗੀ ਜੇ ਉਹਨਾਂ ਦੇ ਘਰੇ ਰੋਣ ਮੱਚਿਆ ਹੋਇਆ, ਉਹ ਉਦਾਸ ਬੈਠੇ ਆ, ਮਾਪਿਆਂ ਨੂੰ ਆਪਦੇ ਪੁੱਤ ਲੋੜੀਂਦੇ ਆ, ਸਕੂਲਾਂ 'ਚ ਪੜ੍ਹਦੇ ਕਈ ਬੱਚੇ ਆ, ਉਹਨਾਂ ਦੇ ਪੇਪਰ ਹੋ ਰਹੇ ਸੀ, ਉਹ ਚੱਕੇ ਗਏ ਆ। ਸਿਰਫ ਸਿੱਖੀ ਨੂੰ ਪਿਆਰ ਕਰਨ ਵਾਲੇ ਉਹ ਬੱਚੇ ਜੁੜੇ ਸੀਗੇ। ਪਰ ਅਫਸੋਸ ਦੀ ਗੱਲ ਆ ਕਿ ਹੁਣ ਅੰਮ੍ਰਿਤਪਾਲ ਸਿੰਘ ਨੂੰ ਵੀ ਇਸ ਮੁੱਦੇ ਦੇ ਉੱਤੇ ਜ਼ਰੂਰ ਸੋਚਣਾ ਚਾਹੂਗਾ। ਬਾਕੀ ਗੱਲ ਫਿਰ ਮੈਂ ਉਸ ਖੇਮੇ ਦੇ ਵਿੱਚ ਕਹਿੰਦੇ ਆ ਕਿ ਮੈਂ ਛੱਡ ਦਿੰਦਾ ਆ ਕਿ ਤੁਸੀਂ ਵੀ ਜਾਣਦੇ ਹੋ ਕਿ ਕੀ ਕੁਝ ਹੋ ਰਿਹਾ ਆ, ਪ੍ਰਤੱਖ ਹੋ ਜਾਊਗਾ। ਕਹਿੰਦੇ ਸਮਾਂ ਜਿਹੜਾ ਆ ਕਿਸੇ ਵੀ ਗੱਲ ਦੀ ਪੜਚੋਲ ਮੰਗਦਾ ਹੁੰਦਾ, ਪਰ ਸਮਾਂ ਆਪਣੇ ਆਪ ਹੀ ਆਪਣਾ ਉੱਤਰ ਖੁਦ ਦੇ ਦਿੰਦਾ ਆ ਤੇ ਸਾਨੂੰ ਵੀ ਉਡੀਕ ਕਰਨੀ ਪਊਗੀ। ਹੁਣ ਆਉਂਦੇ ਜੀ ਅਗਲੀ ਖਬਰ ਵੱਲ। ਗੱਲ ਮਾਂ ਬੋਲੀ ਪੰਜਾਬੀ ਦੀ ਆਉਂਦੀ ਹੈ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਰਾਜਕਾਲ ਦੀ ਗੱਲ ਕਰਦੇ ਹਾਂ। ਇਸ ਤੋਂ ਪਹਿਲਾਂ ਅਸੀਂ ਸਿੱਖ ਗੁਰੂ ਸਾਹਿਬਾਂ ਤੋਂ ਗੱਲ ਕਰਦੇ ਹਾਂ। ਅਸੀਂ ਬਾਬਾ ਫਰੀਦ ਜੀ ਨੂੰ ਮੰਨਦੇ ਹਾਂ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜਾਣੀ ਸਾਰੀਆਂ ਪਾਤਸ਼ਾਹੀਆਂ ਦੀ ਗੱਲ ਕਰਦੇ ਹਾਂ। ਇੱਥੇ ਗੁਰੂ ਗੋਰਖਨਾਥ ਦੀ ਗੱਲ ਕਰਦੇ ਹਾਂ। ਪੁਰਾਣੇ ਜਿਹੜੇ ਜਿੰਨੇ ਸਾਡੇ ਕਵੀ ਸੀਗੇ ਉਹਨਾਂ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਹੁਣ ਅਸੀਂ ਬਾਬਾ ਬੁੱਲੇ ਸ਼ਾਹ ਕਰਦੇ ਹਾਂ, ਵਾਰਿਸ ਸ਼ਾਹ ਦੀ ਗੱਲ ਕਰਦੇ ਹਾਂ, ਸ਼ਾਹ ਮੁਹੰਮਦ ਦੀ ਗੱਲ ਕਰਦੇ ਹਾਂ, ਮੀਆਂ ਮੁਹੰਮਦ ਬਖਸ਼ ਸਾਹਿਬ ਦੀ ਗੱਲ ਕਰਦੇ ਹਾਂ। ਇਸ ਤੋਂ ਇਲਾਵਾ ਅਣਗਿਣਤ ਹੋਰ ਲਿਖਾਰੀ ਜਿਹੜੇ ਸੀਗੇ ਉਹਨਾਂ ਦੀ ਗੱਲ ਕਰਦੇ ਹਾਂ। ਤਾਂ ਸਾਰਿਆਂ ਨੇ ਪੰਜਾਬੀ ਦੇ ਵਿੱਚ ਲਿਖਿਆ, ਪੰਜਾਬੀ ਵਿੱਚ ਬਹੁਤ ਵੱਡੇ ਸ਼ਾਹਕਾਰ ਰਚਨਾਵਾਂ ਰਚੀਆਂ। ਇਸ ਦੇ ਬਾਵਜੂਦ ਵੀ ਚਾਹੇ ਉਹ ਲਹਿੰਦਾ ਪੰਜਾਬ ਹੋਵੇ, ਚਾਹੇ ਉਹ ਚੜ੍ਹਦਾ ਪੰਜਾਬ ਹੋਵੇ, ਉੱਥੇ ਮਾਂ ਬੋਲੀ ਨੂੰ ਅਜੇ ਤੱਕ ਵੀ ਉਹ ਰੁਤਬਾ ਨਹੀਂ ਮਿਲ ਸਕਿਆ। ਇੱਥੇ ਵੀ ਸਾਡੀ ਸਰਕਾਰ ਹੁਣ ਆ ਕੇ ਦਾਅਵਾ ਕੀਤਾ ਸੀ ਵੀ ਬੋਰਡ ਪੰਜਾਬੀ ਦੇ ਵਿੱਚ ਜਿਹੜੇ ਆ ਉਹ ਲਿਖੇ ਜਾਣ, ਪਰ ਪੰਜਾਬੀ ਐਡੇ ਇਸ ਮਾਮਲੇ ਵਿੱਚ ਹੱਠ ਧਰਮੀ ਨਿਕਲੇ ਕਿ ਹਾਲੇ ਤੱਕ ਵੀ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ, ਇੱਥੋਂ ਤੱਕ ਵੀ ਉਹਨਾਂ ਨੂੰ ਕਹਿਤਾ ਸੀਗਾ ਵੀ ਜਿਵੇਂ ਕਿ ਕੌਮਾਂਤਰੀ ਦਿਹਾੜੇ 21 ਫਰਵਰੀ ਕੌਮਾਂਤਰੀ ਦਿਹਾੜੇ ਤੱਕ ਉਹਨਾਂ ਨੇ ਕਿਹਾ ਸੀ ਕਿ ਜੇ ਦੁਕਾਨਾਂ ਦੇ ਬੋਰਡ ਜਿਹੜੇ ਆ ਉਹ ਤੁਸੀਂ ਪੰਜਾਬੀ 'ਚ ਕਰ ਲਓ, ਪਰ ਇਸ ਦੇ ਬਾਵਜੂਦ ਲੋਕਾਂ 'ਤੇ ਅਸਰ ਨਹੀਂ ਹੋਇਆ। ਇੱਥੋਂ ਤੱਕ ਕਿ ਫੇਰ ਆਫਰ ਕੀਤੀ ਵੀ ਭਾਈ ਅਸੀਂ ਪੈਸੇ ਦੇ ਦਿਆਂਗੇ ਅਤੇ ਤੁਸੀਂ ਜੋ ਆ ਉਹ ਪੰਜਾਬੀ 'ਚ ਬੋਰਡ ਲਿਖਾ ਲਓ। ਪਰ ਅਫਸੋਸ ਹੈ
बड़ी हैरानी की गल है कि एक करनाटक का बंदा राउत रेनवर जिहड़ा आ वो आपदे सिर दे उत्ते तख्ती चक के लोगों को ये कहता फिरदा आ जिहदी आपदी माँ बोली पंजाबी नहीं, वो करनाटक का वासी आ। वो कहता पंजाबी लिखो, पंजाबी पढ़ो, पंजाबी बोलो, आपदियां दुकानां, आपदियां मकानां, आपदे घरां दारियां दफ्तरां दे उत्ते तख्तियां पंजाबियां दे लाओ। पर पंजाबियां दी एक पता नहीं हट धर्मी इस गल दे विच है कि पंजाबी इस मामले च जे मैं एक देसी गाल कढ़दे में जमा बशर्म हो चुके आ कि उन्हां दे अंदरों नहीं खून चोटदी चंद क प्यार करन वालिआं नूं साडे तुहाडे वर्गिआं नूं छड्ड के कि वो पंजाबी वाले मामले च आ जाण अगे। इत्थे भी गल एक इतिहासक हवाले नाल ही अज आपां करदे हां कि अंग्रेजी राज के समय भी पंजाबियों की वजह करके जी माँ बोली पंजाबी लागू नहीं हो सकी, क्योंकि ये हक पंजाबियों ने ही मारिया है। महाराजा रणजीत सिंह के राजकाल समय सरकारी भाषा पंजाबी नहीं सी बल्कि फारसी वरती जाती सी। दफ्तरी काम लई फारसी लागू सी, परंतु बोलचाल की जिहड़ी बोली सी वो पंजाबी सी। पंजाबी पढ़ाउण दा काम धर्मशाला ते पाठशाला विच हुंदा सी। अरबी फारसी की पढ़ाई मदरसे विच हुंदी सी। हिंदी अते संस्कृत की पढ़ाई का प्रबंध भी 4 साल जां पाठशाला विच हुंदा सी। साडे कोल उदों आह तरीके हुंदे सी। पढ़ाई हुंदी कित्थे सी? इन्हां थावां ते हुंदी सी। कोई स्कूल नहीं सी हुंदे, यही स्कूल सी उस जमाने दे। ते पश्चिमी विग्यान ਅਤੇ अंग्रेजी पढ़ाउण ਦਾ कोई प्रबंध नहीं सी। ਜਦੋਂ 1849 ਵਿੱਚ ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਅੰਗਰੇਜ਼ ਸਰਕਾਰ ਨੇ ਵਿਦਿਅਕ ਪਾਲਿਸੀ ਤਿਆਰ ਕੀਤੀ ਜਿਸ ਦਿਨ ਸਕੂਲੀ ਸਿੱਖਿਆ ਲਈ ਉਰਦੂ ਨੂੰ ਮਾਧਿਅਮ ਬਣਾਇਆ ਗਿਆ। 1851-52 ਦੀ ਸਰਕਾਰੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਪੰਜਾਬੀ ਭਾਸ਼ਾ ਦੀ ਵਰਤੋਂ ਖਤਮ ਹੋਣ ਜਾ ਰਹੀ ਹੈ ਅਤੇ ਇਹ ਸੂਬੇ ਦੀ ਉਪਬੋਲੀ ਬਣ ਕੇ ਇੱਕ ਗਵਾਰ ਭਾਸ਼ਾ ਰਹਿ ਜਾਊਗੀ, ਜਦੋਂ ਕਿ ਉਰਦੂ ਅਮੀਰ ਅਤੇ ਮੱਧ ਵਰਗ ਦੇ ਲੋਕਾਂ ਵਿੱਚ ਪ੍ਰਵਾਨ ਚੜ੍ਹ ਰਿਹਾ ਆ। ਪੰਜਾਬੀ ਭਾਸ਼ਾ ਨਾਲ ਮਤਰੇਈ ਮਾਂ ਵਾਲਾ ਸਲੂਕ ਬਗਾਨਿਆਂ ਨੇ ਨਹੀਂ ਬਲਕਿ ਉਸ ਦੇ ਆਪਣੇ ਹੀ ਸਪੂਤਾਂ ਨੇ ਕੀਤਾ। अंग्रेजी सरकार ने अपनी विद्यक पालिसी का पुनर्गठन करने लई 1880 ਦੇ ਵਿੱਚ एक उच्च पद्धरी कमीशन कायम किया जिसका मुद्दा सी कि हर सूबे में सिक्ख्या का माध्यम निर्धारित किया जाए। इस कमीशन का चेयरमैन सर विलियम हंटर सी, जिस करके इसनूं हंटर कमीशन कहा जाता सीगा। 1882 के शुरू में हंटर कमीशन लाहौर पहुँच गया तो 9 महीने लगातार बैठकां करके पंजाब के विद्यक ढांचे बारे विचारां कीतियां। पंजाब दे विच 1000 के करीब प्राइमरी ते हाई स्कूल उस वेले स्थापित किए गए। पश्चिमी विद्या की पढ़ाई लई अद्धी दर्जन कॉलेज कायम किए गए अते 1882 विच पंजाब यूनीवर्सिटी होंद विच आई। इस कमीशन सामने सारे विद्यक अदारियां दे मुखी, प्राइवेट स्कूलों के प्रबंधक, सरकारी अफसर अते हर फिरके के मोतबार व्यक्ति सद्दे गए। कमीशन के मैंबरां नूं पता सी कि पंजाब विच पंजाबी ही बोली जाती है। हैरानी की गल सुणो, वेखियो इत्थे, परंतु होया इस दे बिल्कुल उल्ट। सरकारी अफसरां ने उर्दू के हक विच गवाही दी क्योंकि उन्हां दी ट्रेनिंग अंग्रेजी अते उर्दू विच होई सी जो कि बाकी सूबिਆਂ तो लिआंदे गए सन। महाराजा रणजीत सिंह दा महाराजा रणजीत सिंह दा पंजाब फिरका प्रस्ती तो उपर उठ चुक्या सी। अंग्रेज़ों की आमद की देर सी कि पंजाब फिरका प्रस्ती विच उलझ गया। हो सकता है कि अंग्रेज़ों की कूटनीति का सिट्टा होवे, परंतु इसका मारू प्रभाव जिहड़ा सीगा वो साडी पंजाबी बोली अते पंजाबी लिपि उपर पैना सुभाविक सीगा। कमीशन सामने पंजाब दे लोग पंजाबी बन के पेश नहीं होए, सगों पंजाबी हिंदू, मुसलमान अते सिख के रूप में पेश होए। सब तो ज़्यादा पंजाब की विरोधता पंजाब के हिंदुओं वालों की गई आ। हर शहर में पंजाबी भाषा के विरोध करने लई कई कमेटियां बनाईयां गईयां। मैं नहीं कहता ये हिंदू भाईचारा किते सुन के आख्या भी मैं हिंदू ਦਾ ਵਿਰੋਧ ਕਰ ਰਿਹਾ ਹਾਂ। ਇੱਥੇ ਮੁੱਦਾ ਇਹ ਆ ਕਿ ਇਹ ਇਤਿਹਾਸਕ ਤੱਥ ਆ ਜਿਹੜੇ ਇਹ ਅੰਕੜੇ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨੇ ਆ ਕਿ ਇੱਕ ਉਸ ਸਮੇਂ ਵੀ ਲਾਬੀ ਇਹੋ ਜੀ ਪੈਦਾ ਹੋ ਗਈ ਜਿਹੜੀ ਪੰਜਾਬੀ ਵਿਰੋਧੀ ਸੀ। ਵੈਸੇ ਵੀ ਬਾਹਮਣਵਾਦੀ ਸੋਚ ਤੇ ਗੁਰੂ ਬਾਬੇ ਦੀ ਤਾਂ ਸ਼ੁਰੂ ਤੋਂ ਇਸੇ ਮਾਮਲੇ ਤੇ ਟੱਕਰ ਰਹੀ ਆ ਔਰ ਬ੍ਰਾਹਮਣਵਾਦ ਨੇ ਕਦੇ ਗੁਰੂ ਸਾਹਿਬਾਂ ਨੂੰ ਪ੍ਰਵਾਨ ਹੀ ਨਹੀਂ ਇਸ ਮਾਮਲੇ 'ਚ ਕੀਤਾ, ਕਿਉਂਕਿ ਉਹ ਗੱਲ ਨਿਰਖ ਪਰਖ ਕੇ ਖਰੀ, ਸੱਚੀ, ਸੁੱਚੀ ਤੇ ਅੰਧ ਵਿਸ਼ਵਾਸ, ਕਰਮਕਾਂਡ, ਪਖੰਡਾਂ ਤੋਂ ਉੱਪਰ ਉੱਠ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਦੀ ਆ, ਉਹ ਕਿਵੇਂ ਹਜਮ ਆਉਣੀ ਸੀਗੀ। ਇੱਥੇ ਫਿਰ ਕੀ ਹੋਇਆ ਸੀ, 50,000 ਤੋਂ ਵੱਧ ਲੋਕਾਂ ਦੇ ਦਸਤਖਤ ਕਰਵਾ ਕੇ ਕਮਿਸ਼ਨ ਨੂੰ ਮੈਮੋਰੰਡਮ ਜਿਹੜਾ ਸੀ ਪੇਸ਼ ਕੀਤਾ ਗਿਆ। 50,000 ਤੋਂ ਵੱਧ ਲੋਕਾਂ ਦੇ ਦਸਤਖਤ ਕਰਵਾ ਕੇ ਕਮਿਸ਼ਨ ਨੂੰ ਮੈਮੋਰੰਡਮ ਪੇਸ਼ ਕੀਤਾ ਗਿਆ। ਪੰਜਾਬ ਦੇ ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਪੰਜਾਬੀ ਅਤੇ ਉਰਦੂ ਦੀ ਬਜਾਏ ਹਿੰਦੀ ਭਾਸ਼ੀ
ਹੋਣੀ ਚਾਹੀਦੀ ਹੈ ਗੱਲ ਕੀਤੀ ਗਈ ਹੈ। ਇਸ ਮੁਹਿੰਮ ਦੇ ਵਿੱਚ ਸਭ ਤੋਂ ਮੋਹਰੀ ਜ਼ਿਲ੍ਹੇ ਜਿਹੜੇ ਸੀ ਉਸ ਵੇਲੇ ਦਿੱਲੀ, ਅੰਮ੍ਰਿਤਸਰ, ਰੋਹਤਕ ਅਤੇ ਲੁਧਿਆਣਾ ਸਨ। ਦਿੱਲੀ ਪੰਜਾਬ ਦੇ ਵਿੱਚ ਹੀ ਸੀ, ਉਦੋਂ ਪੰਜਾਬ ਦਾ ਹੀ ਹਿੱਸਾ ਸੀ ਦਿੱਲੀ। ਤੁਹਾਨੂੰ ਅੱਜ ਇਹ ਵੀ ਹੈਰਾਨੀ ਦੀ ਗੱਲ ਦੱਸਦੇ ਹਾਂ, ਹਿੰਦੀ ਦੇ ਹੱਕ ਵਿੱਚ ਭੁਗਤੇ ਹਿੰਦੂਆਂ ਦੀ ਦਲੀਲ ਬਹੁਤ ਹੀ ਹਾਸੋਹੀਣੀ ਸੀ। ਉਹਨਾਂ ਲਿਖਿਆ ਕਿ ਪੰਜਾਬ ਵਿੱਚ ਬੋਲੀਆਂ ਜਾਂਦੀਆਂ ਉਪ ਭਾਸ਼ਾਵਾਂ ਦੀ ਮਾਂ ਤਾਂ ਹਿੰਦੀ ਭਾਸ਼ਾ ਹੀ ਹੈ, ਪਰੰਤੂ ਪੰਜਾਬ ਸੂਬੇ ਵਿੱਚ ਵਰਤੇ ਜਾਣ ਕਰਕੇ ਉਹਨਾਂ ਨੇ ਪੰਜਾਬੀ ਦਾ ਨਾਮ ਦਿੱਤਾ ਗਿਆ, ਜੋ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਹਿੰਦੀ ਦੇ ਪੈਰੋਕਾਰਾਂ ਨੇ ਨਾ ਸਿਰਫ ਪੰਜਾਬੀ ਭਾਸ਼ਾ ਨੂੰ ਨਕਾਰਿਆ, ਬਲਕਿ ਇਸ ਲਈ ਵਰਤੀ ਜਾਂਦੀ ਗੁਰਮੁਖੀ ਲਿਪੀ ਨੂੰ ਵੀ ਬੁਰੀ ਤਰ੍ਹਾਂ ਭੰਡਿਆ। ਉਹਨਾਂ ਦੀ ਦਲੀਲ ਸੀ ਕਿ ਪੰਜਾਬੀ ਦਾ ਆਪਣਾ ਕੋਈ ਸਾਹਿਤ ਨਹੀਂ ਹੈ, ਜਿਸ ਨੂੰ ਪੰਜਾਬੀ ਭਾਸ਼ਾ ਦਾ ਸਾਹਿਤ ਕਿਹਾ ਜਾਂਦਾ ਹੈ ਉਹ ਕੇਵਲ ਕੁਝ ਹਿੰਦੀ ਪੁਸਤਕਾਂ ਨੇ ਜੋ ਗੁਰਮੁਖੀ ਲਿਪੀ ਵਿੱਚ ਲਿਖੀਆਂ ਗਈਆਂ ਨੇ। ਪੰਜਾਬੀ ਦਾ ਆਪਣਾ ਕੋਈ ਵਜੂਦ ਨਹੀਂ ਹੈ, ਨਾ ਕੋਈ ਆਜ਼ਾਦ ਹੋਂਦ ਤੇ ਹਸਤੀ ਹੈ। ਗੁਰਮੁਖੀ ਲਿਪੀ ਤਾਂ ਕੇਵਲ ਸਿੱਖਾਂ ਲਈ ਹੈ। ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਤਾਂ ਹਿੰਦੀ ਹੈ, ਪਰੰਤੂ ਗੁਰਮੁਖੀ ਵਿੱਚ ਲਿਖਿਆ ਗਿਆ ਹੈ। 1861 ਦੀ ਜਨਗਣਨਾ ਦੇ ਸਿੱਟੇ ਦੱਸਦੇ ਨੇ ਕਿ ਪੰਜਾਬ ਵਿੱਚ ਮੁਸਲਿਮ ਆਬਾਦੀ 56%, ਹਿੰਦੂ ਆਬਾਦੀ ਜਿਹੜੀ ਸੀ 38% ਅਤੇ ਸਿੱਖ ਕੁੱਲ ਆਬਾਦੀ ਦਾ ਉਸ ਵੇਲੇ 6% ਸਨ। ਮੁਸਲਿਮ ਆਬਾਦੀ ਵਧੇਰੇ ਹੋਣ ਕਰਕੇ ਉਰਦੂ ਦਾ ਪੱਖ ਮਜ਼ਬੂਤ ਸੀ। ਅੰਜੁਮਾਨੇ ਪੰਜਾਬ ਪੜ੍ਹੇ ਲਿਖਿਆਂ ਦੀ ਜਮਾਤ ਸੀ, ਜਿਸ ਦੇ ਬਹੁਤੇ ਮੈਂਬਰ ਪੰਜਾਬ ਯੂਨੀਵਰਸਿਟੀ ਕਾਲਜ ਲਾਹੌਰ ਦੇ ਨੁਮਾਇੰਦੇ ਸਨ। ਭਾਸ਼ਾ ਦੇ ਸਵਾਲ ਉੱਪਰ ਇਹ ਫਿਰਕਾ ਪ੍ਰਸਤੀ ਦਾ ਸ਼ਿਕਾਰ ਹੋ ਨਿਬੜੇ ਅਤੇ ਹਿੰਦੀ ਦੇ ਪੱਖ ਦੇ ਵਿੱਚ ਭੁਗਤੇ। ਇਹਨਾਂ ਦੇ ਨੁਮਾਇੰਦਿਆਂ ਵਿੱਚੋਂ ਪ੍ਰੋਫੈਸਰ ਗੁਰਮੁਖ ਸਿੰਘ ਨੇ ਪੰਜਾਬੀ ਦੇ ਹੱਕ ਦੇ ਵਿੱਚ ਬਿਆਨ ਦਰਜ ਕਰਵਾਇਆ। ਸੈਯਦ ਹੁਸੈਨ ਅਤੇ ਸ਼ਹੀਦ ਅਮੀਰ ਸ਼ਾਹ ਉਰਦੂ ਦੇ ਹੱਕ ਵਿੱਚ ਭੁਗਤੇ ਅਤੇ ਅਮਰਨਾਥ ਤੇ ਈਸ਼ਰ ਪ੍ਰਸਾਦ ਨੇ ਹਿੰਦੀ ਭਾਸ਼ਾ ਦਾ ਪੱਖ ਪੂਰਿਆ। ਲਾਹੌਰ ਦੇ ਸ਼ਹਿਰੀਆਂ, ਜਿਨ੍ਹਾਂ ਵਿੱਚ ਸਾਰੇ ਫਿਰਕੇ ਸ਼ਾਮਲ ਸਨ, ਨੇ ਉਰਦੂ ਦੇ ਹੱਕ ਵਿੱਚ 3906 ਦਸਤਖਤ ਕਰਵਾ ਕੇ ਅਰਜੀ ਪੇਸ਼ ਕੀਤੀ। ਇਹ ਲੋਕ ਆਰੀਆ ਸਮਾਜ ਅਤੇ ਬ੍ਰਹਮੋ ਸਮਾਜ ਦੀ ਵਿਰੋਧਤਾ ਕਰਦੇ ਸਨ, ਜੋ ਬੰਗਾਲੀਆਂ ਦੀ ਸ਼ਹਿ ਦੇ ਉੱਤੇ ਹਿੰਦੀ ਦਾ ਪੱਖ ਪੂਰਦੇ ਸਨ। ਇਹਨਾਂ ਦੀ ਰਾਏ ਸੀ ਕਿ ਜਦੋਂ ਕੋਈ ਪੰਜਾਬੀ ਨੌਜਵਾਨ ਆਪਣੇ ਸੁਹਿਰਦ ਖਿਆਲਾਂ ਦਾ ਪ੍ਰਗਟਾਵਾ ਕਰਦਾ ਹੈ ਤਾਂ ਉਹ ਹਮੇਸ਼ਾ ਉਰਦੂ ਭਾਸ਼ਾ ਦਾ ਹੀ ਸਹਾਰਾ ਲੈਂਦਾ ਹੈ। ਕਮਿਸ਼ਨ ਨੇ ਚੇਚੇ ਤੌਰ ਤੇ ਓਰੀਐਂਟਲ ਕਾਲਜ ਲਾਹੌਰ ਦੇ ਮੌਲਵੀ ਫਜ਼ਲ ਉਲ ਹਸਨ ਅਤੇ ਕਪੂਰਥਲਾ ਰਿਆਸਤ ਦੇ ਕੰਵਰ ਬਿਕਰਮ ਸਿੰਘ ਬਹਾਦਰ ਆਲੂ ਵਾਲੀਆ ਨੂੰ ਵੀ ਬਿਆਨ ਦੇਣ ਲਈ ਬੁਲਾਇਆ। ਇਹ ਦੋਵੇਂ ਸੱਜਣ ਉਰਦੂ ਭਾਸ਼ਾ ਦੇ ਹੱਕ ਵਿੱਚ ਪੇਸ਼ ਹੋਏ। ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਦੇ ਪੈਰੋਕਾਰ ਸਿੱਖਾਂ ਦੀ ਆਬਾਦੀ ਕੇਵਲ 6% ਸੀ ਅਤੇ ਉਹ ਪੰਜਾਬੀ ਭਾਸ਼ਾ ਅਤੇ ਇਸ ਦੀ ਗੁਰਮੁਖੀ ਲਿਪੀ ਦੀ ਵਕਾਲਤ ਕਰਦੇ ਸਨ। 1 ਅਗਸਤ 1882 ਨੂੰ ਸਿੰਘ ਸਭਾ ਲਾਹੌਰ ਨੇ ਕਮਿਸ਼ਨ ਅੱਗੇ ਆਪਣਾ ਮੈਮੋਰੈਂਡਮ ਪੇਸ਼ ਕੀਤਾ, ਜਿਸ ਵਿੱਚ ਪੰਜਾਬੀ ਨੂੰ ਸੂਬਾ ਪੱਧਰ ਤੇ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਗਈ। ਉਹਨਾਂ ਦੀ ਰਾਏ ਸੀ ਕਿ ਪੰਜਾਬੀ ਉਰਦੂ ਅਤੇ ਹਿੰਦੀ ਦੋਹਾਂ 'ਚੋਂ ਨਵੇਕਲੀ ਅਤੇ ਸੌਖੀ ਭਾਸ਼ਾ ਹੈ। ਇਸ ਦੀ ਗੁਰਮੁਖੀ ਲਿਪੀ ਦੇਵਾਨਾਗਰੀ ਦੇ ਮੁਕਾਬਲੇ ਬਹੁਤ ਹੀ ਸਰਲ ਹੈ ਅਤੇ ਲਿਖਣ ਦੇ ਵਿੱਚ ਆਸਾਨ ਹੈ। ਪੰਜਾਬੀ ਦੇ ਹੱਕ ਵਿੱਚ ਭੁਗਤਣ ਵਾਲੇ ਕੁਝ ਮਹਾਨ ਸਿੱਖਾਂ ਦਾ ਜ਼ਿਕਰ ਵੀ ਜ਼ਰੂਰੀ ਹੈ। ਬਾਬਾ ਖੇਮ ਸਿੰਘ ਬੇਦੀ ਨੂੰ ਵੀ ਕਮਿਸ਼ਨ ਵੱਲੋਂ ਬੁਲਾਇਆ ਗਿਆ ਸੀ। ਉਹਨਾਂ ਨੇ ਬਹੁਤ ਤਕੜੀ ਵਕਾਲਤ ਕੀਤੀ ਅਤੇ ਕਿਹਾ ਪੰਜਾਬੀ ਸਾਰੇ ਪੰਜਾਬ ਵਿੱਚ ਬੋਲੀ ਅਤੇ ਸਮਝੀ ਜਾਂਦੀ ਹੈ, ਜਿਸ ਕਰਕੇ ਮੁੱਢਲੀ ਸਿੱਖਿਆ ਦਾ ਮਾਧਿਅਮ ਪੰਜਾਬੀ ਹੋਣਾ ਲਾਜ਼ਮੀ ਹੈ। ਉਰਦੂ ਦੇ ਹਿੰਦੀ ਉੱਪਰ ਕਟਾਕਸ਼ ਕਰਦਿਆਂ ਉਹਨਾਂ ਨੇ ਕਿਹਾ ਕਿ ਪੰਜਾਬੀਆਂ ਦੀ ਹਾਲਤ ਉੱਪਰ ਇਹ ਅਖਾਣ ਟੁਕਦਾ ਹੈ, ਪੜ੍ਹੋ ਫਾਰਸੀ ਤੇ ਵੇਚੋ ਤੇਲ, ਇਹ ਦੇਖੋ ਕਰਮੋਂ ਕੀ ਖੇਲ। ਤੇ ਸਰਦਾਰ ਅਤਰ ਸਿੰਘ ਭਦੌੜੀਏ ਨੇ ਕਮਿਸ਼ਨ ਨੂੰ ਦੱਸਿਆ ਸੀ ਕਿ ਭਦੌੜ ਹਾਊਸ ਲਾਇਬ੍ਰੇਰੀ ਵਿੱਚ 1500 ਪੰਜਾਬੀ ਦੀਆਂ ਪੁਸਤਕਾਂ ਮੌਜੂਦ ਨੇ, ਜੋ ਹਰ ਵਿਸ਼ੇ ਰਾਗ ਵਿਦਿਆ ਤੋਂ ਲੈ ਕੇ ਵਿਗਿਆਨ ਤੱਕ ਇਸ ਬਾਰੇ ਰੌਸ਼ਨੀ ਪਾਉਂਦੀਆਂ ਨੇ। ਅਤਰ ਸਿੰਘ ਦੀ ਰਾਏ ਸੀ ਕਿ ਪੰਜਾਬੀ ਭਾਸ਼ਾ ਮੁੱਢਲੀ ਸਿੱਖਿਆ ਲਈ ਸਭ ਤੋਂ ਸਰਲ ਅਤੇ ਸਸਤਾ ਤਰੀਕਾ ਹੋਊਗਾ। ਹਰ ਬੱਚੇ ਲਈ ਮਾਤ ਭਾਸ਼ਾ ਸਿੱਖਣੀ ਜ਼ਰੂਰੀ ਹੈ ਅਤੇ ਬਾਅਦ ਵਿੱਚ ਹੋਰ ਭਾਸ਼ਾਵਾਂ ਵੀ ਸਿੱਖੀਆਂ ਜਾ ਸਕਦੀਆਂ ਨੇ। ਤੇ ਇੱਥੇ ਗੱਲ ਕਰਦੇ ਕਮਿਸ਼ਨ ਨੇ ਸਰਦਾਰ ਦਿਆਲ ਸਿੰਘ ਮਜੀਠੀਆ, ਜਿਹੜੇ ਕਿ ਪੰਜਾਬੀ ਟ੍ਰਿਬਿਊਨ ਦੇ ਮਾਲਕ ਰਹੇ ਨੇ, ਨੂੰ ਉਚੇਚੇ ਤੌਰ ਤੇ ਸੱਦਾ ਭੇਜਿਆ ਸੀ। ਉਹਨਾਂ ਨੇ ਸਾਰੇ ਦਸਤਾਵੇਜ਼ਾਂ ਦਾ ਮੁਆਇਨਾ ਕਰਕੇ ਇੱਕ ਰਿਪੋਰਟ ਤਿਆਰ ਕੀਤੀ। ਪਹਿਲਾਂ ਉਰਦੂ ਦੇ ਗੁਣ ਔਗਣਾਂ ਦੀ ਤਫਸੀਲ ਪੇਸ਼ ਕੀਤੀ ਗਈ, ਪਰੰਤੂ ਫੈਸਲਾ ਹਿੰਦੀ ਭਾਸ਼ਾ ਦੇ ਹੱਕ ਵਿੱਚ ਦਿੱਤਾ ਗਿਆ। ਦਿਆਲ ਸਿੰਘ ਮਜੀਠੀਆ ਸਿੱਖਾਂ ਵਿੱਚ ਸਭ ਤੋਂ ਵੱਧ ਪੜ੍ਹਿਆ ਲਿਖਿਆ ਮੰਨਿਆ ਜਾਂਦਾ ਸੀ ਤੇ ਕਮਿਸ਼ਨ ਨੇ ਉਚੇਚਾ ਸੱਦਾ ਭੇਜ ਕੇ ਬੁਲਾਇਆ ਸੀ। ਹੈਰਾਨੀ ਦੀ ਗੱਲ ਹੈ ਕਿ ਉਸਨੇ ਪੰਜਾਬੀ ਭਾਸ਼ਾ ਦੀ ਹਮਾਇਤ ਵਿੱਚ ਇੱਕ ਸ਼ਬਦ ਵੀ ਨਾ ਲਿਖਿਆ। ਉਸਨੇ ਆਪਣੀ ਸਾਰੀ ਜਾਇਦਾਦ ਦਿਆਲ ਸਿੰਘ ਟਰੱਸਟ ਦੇ ਹਵਾਲੇ ਕਰ ਦਿੱਤੀ, ਜੋ ਬਾਅਦ ਵਿੱਚ ਟ੍ਰਿਬਿਊਨਲ ਦਿਆਲ ਸਿੰਘ ਲਾਇਬ੍ਰੇਰੀ ਅਤੇ ਕਾਲਜ ਚਾਲੂ ਕਰਨ ਲਈ ਵਰਤੀ ਗਈ। ਉਹ ਆਪਣੇ ਆਪ ਦੇ ਨੂੰ ਬ੍ਰਹਮੋ ਸਮਾਜ ਦਾ ਕਾਰਕੁਨ ਸਮਝਣ ਲੱਗ ਪਿਆ ਸੀ ਅਤੇ ਸਿੱਖੀ ਤੋਂ ਦੂਰ ਜਾ ਚੁੱਕਾ ਸੀ। ਉਸ ਨੂੰ ਅੰਗਰੇਜ਼ੀ ਸਰਕਾਰ ਦੀ ਸਰਪ੍ਰਸਤੀ ਹਾਸਲ ਸੀ, ਭਾਵੇਂ ਕਿ ਉਹ ਢੌਂਗ ਜਿਹੜਾ ਸੀਗਾ ਦੇਸ਼ ਭਗਤ ਹੋਣ ਦਾ ਵੀ ਕਰਦਾ ਸੀ। ਕਮਿਸ਼ਨ ਸਾਹਮਣੇ ਸਰਕਾਰੀ ਅਫਸਰ ਅਤੇ ਵਿਦਿਅਕ ਮਹਿਕਮੇ ਦੇ ਅੰਗਰੇਜ਼ੀ ਮੁਲਾਜ਼ਮ ਵੀ ਪੇਸ਼ ਹੋਏ। ਗਵਰਨਮੈਂਟ ਕਾਲਜ ਲਾਹੌਰ ਦਾ ਪ੍ਰਿੰਸੀਪਲ ਡਾਕਟਰ ਲਾਈਟਨਰ ਮਾਤ ਭਾਸ਼ਾ ਦੇ ਹੱਕ ਵਿੱਚ ਸੀ। ਉਹ ਓਰੀਐਂਟਲ
ਸਕਾਲਰ ਦੇ ਤੌਰ ਤੇ ਆਪਣੀ ਤਾਂਕ ਸਾਰੇ ਯੂਰਪ ਵਿੱਚ ਮਨਵਾ ਚੁੱਕਾ ਸੀ। ਉਸ ਨੇ ਹਿੰਦੀ ਦੇ ਹੱਕ ਵਿੱਚ ਪੇਸ਼ ਕੀਤੀਆਂ ਰਾਵਾਂ ਦਾ ਖੰਡਨ ਕੀਤਾ ਵੀ ਜਿਹੜੀਆਂ ਰਾਏ ਵੱਖ-ਵੱਖ ਲੋਕਾਂ ਨੇ ਦਿੱਤੀ ਸੀ। ਉਸ ਨੇ ਇਸ ਗੁੰਝਲਦਾਰ ਸਮੱਸਿਆ ਦਾ ਸੌਖਾ ਹੱਲ ਦੱਸਿਆ ਕਿ ਹਿੰਦੂਆਂ ਨੇ ਹਿੰਦੀ ਤੇ ਸੰਸਕ੍ਰਿਤ ਪੜ੍ਹਾਉਣ ਲਈ ਪੰਡਤ, ਮੁਸਲਮਾਨਾਂ ਨੂੰ ਅਰਬੀ ਅਤੇ ਫਾਰਸੀ ਲਈ ਮੌਲਵੀ ਅਤੇ ਸਿੱਖਾਂ ਨੂੰ ਪੰਜਾਬੀ ਪੜ੍ਹਾਉਣ ਲਈ ਭਾਈ ਰੱਖਣੇ ਚਾਹੀਦੇ ਨੇ। ਮਿਸ ਰੋਜ਼ ਲੁਧਿਆਣੇ ਜ਼ਿਲ੍ਹੇ ਦੀ ਸਕੂਲ ਇੰਸਪੈਕਟਰ ਸੀ। ਉਸ ਦੀ ਰਾਏ ਪੰਜਾਬੀ ਦੇ ਹੱਕ ਵਿੱਚ ਸੀ। ਇੱਥੇ ਮੈਂ ਤੁਹਾਨੂੰ ਦੱਸ ਦਿਆਂ, ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਕੀ ਔਰ ਗੁਰਮੁਖੀ ਲਿਪੀ ਦਾ ਪਹਿਲਾ ਛਾਪਾਖਾਨਾ ਅੰਗਰੇਜ਼ਾਂ ਨੇ ਲਾਇਆ ਸੀ, ਸਾਂਗਾਂ ਨੇ ਲਾਇਆ ਸੀ ਪੰਜਾਬ ਦੇ ਵਿੱਚ। ਤੁਸੀਂ ਦੇਖੋ, ਮੁਸਲਮਾਨਾਂ ਨਾਲੋਂ, ਹਿੰਦੂਆਂ ਨਾਲੋਂ ਤਾਂ ਜ਼ਿਆਦਾ ਉਹ ਜਿਹੜੇ ਈਸਾਈ ਸੀਗੇ ਉਹ ਹੀ ਨਿੱਤਰ ਗਏ। ਉਹ ਘੱਟੋ ਘੱਟ ਮਾਂ ਬੋਲੀ ਦੇ ਹੱਕ ਦੇ ਵਿੱਚ ਹੋਏ ਤੇ ਇਹ ਬੀਬੀ ਵੀ ਮਾਂ ਬੋਲੀ ਦੇ ਹੱਕ ਵਿੱਚ ਭੁਗਤੀ ਔਰ ਲੁਧਿਆਣੇ ਵਿੱਚ ਪਹਿਲੀ ਪੰਜਾਬੀ ਪ੍ਰੈਸ ਲੱਗੀ ਸੀ। ਪਰ ਸਾਡੇ ਇੱਥੇ ਵਿਰੋਧੀ ਲਾਬੀ ਨੇ ਕਿੱਡਾ ਵੱਡਾ ਇਹ ਪੰਗਾ ਉਸ ਜ਼ਮਾਨੇ ਦਾ ਖੜਾ ਕਰਤਾ ਕਿ ਮਾਂ ਬੋਲੀ ਜਿਹੜੀ ਗੁਰਮੁਖੀ ਲਿਪੀ ਆ, ਗੁਰੂਆਂ ਦੀ ਜ਼ਬਾਨ ਹੈ, ਗੁਰੂਆਂ ਪੀਰਾਂ ਫਕੀਰਾਂ ਦੀ ਜ਼ਬਾਨ ਹੈ, ਤਾਂ ਵੱਡੇ ਮਹਾਰਥੀਆਂ ਦੀਬਾਂ ਦੀ ਜ਼ਬਾਨ ਹੈ। ਉਸ ਜ਼ਬਾਨ ਦੇ ਬਾਰੇ ਕਹਿ ਦਿੱਤਾ, ਜਦੋਂ ਕਿ ਉਸ ਵੇਲੇ ਤੱਕ ਤਾਂ ਐਡਾ ਵੱਡਾ ਕਨਸੈਪਟ ਪੂਰੀ ਦੁਨੀਆ ਦੇ ਸਾਹਮਣੇ ਆ ਚੁੱਕਿਆ ਸੀ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ। ਤੇ ਉਹ ਕਹਿੰਦੇ ਜੀ ਇਹਦੀ ਜ਼ਬਾਨ ਦਾ ਕੋਈ ਵੱਡਾ ਸਾਹਿਤ ਨਹੀਂ ਗਾ, ਇਹਦੇ ਕੋਈ ਵੱਡੇ ਲੇਖਕ ਨਹੀਂ, ਲਿਖਾਰੀ ਨਹੀਂ, ਕਵੀ ਨਹੀਂ, ਕੋਈ ਕੁਛ ਹੋਰ ਨਹੀਂ। ਕਿੱਡੀਆਂ ਇਹ ਹੈਰਾਨ ਕਰਦੀਆਂ ਇਤਿਹਾਸਕ ਪੈਂਤੜਿਆਂ ਵਿੱਚ ਪਰੋਲੀਆਂ ਪਰਤਾਂ। ਤਾਂ ਮੈਂ ਫਿਰ ਗੱਲ ਕਰ ਰਿਹਾ ਸੀਗਾ ਕਿ ਮਿਸ ਰੋਜ਼ ਜਿਹੜੀ ਸੀਗੀ ਲੁਧਿਆਣੇ ਜ਼ਿਲ੍ਹੇ ਦੀ ਸਕੂਲ ਇੰਸਪੈਕਟਰ ਸੀ। ਉਸ ਦੀ ਰਾਏ ਪੰਜਾਬੀ ਦੇ ਹੱਕ ਵਿੱਚ ਸੀ। ਪ੍ਰਾਇਮਰੀ ਸਕੂਲਾਂ ਦੇ ਤਜਰਬੇ ਤੋਂ ਉਸਨੇ ਕਮਿਸ਼ਨ ਨੂੰ ਦੱਸਿਆ ਕਿ ਮੁੱਢਲੀ ਸਿੱਖਿਆ ਗੁਰਮੁਖੀ ਲਿਪੀ ਅਤੇ ਪੰਜਾਬੀ ਭਾਸ਼ਾ ਵਿੱਚ ਦੇਣੀ ਚਾਹੀਦੀ ਹੈ ਤਾਂ ਕਿ ਬੰਦਿਆਂ ਦੀ ਮਾਨਸਿਕ ਅਤੇ ਬੌਧਿਕ ਤਰੱਕੀ ਠੀਕ ਤਰ੍ਹਾਂ ਹੋਵੇ। ਹਿੰਦੀ ਅਤੇ ਉਰਦੂ ਪ੍ਰਾਇਮਰੀ ਤੋਂ ਬਾਅਦ ਲਾਗੂ ਹੋਣ ਤਾਂ ਚੰਗਾ ਰਹੇਗਾ। ਸਾਲ ਭਰ ਦੀ ਮਿਹਨਤ ਤੋਂ ਬਾਅਦ ਹੰਟਰ ਕਮਿਸ਼ਨ ਨੇ ਪੰਜਾਬ ਦੇ ਕੇਸ ਨੂੰ ਭਾਰਤ ਦਾ ਸਭ ਤੋਂ ਗੁੰਝਲਦਾਰ ਮਸਲਾ ਦੱਸਿਆ। ਦੇਖੋ ਕਿੱਡੀ ਵੱਡੀ ਇਹ ਗੱਲ ਕਹਿ ਦਿੱਤੀ। ਉਰਦੂ ਨੂੰ ਸਿੱਖਿਆ ਦਾ ਮਾਧਿਅਮ ਚਾਲੂ ਰੱਖਣ ਦੀ ਸਿਫਾਰਿਸ਼ ਕਰਕੇ ਪੰਜਾਬੀ ਭਾਸ਼ਾ ਨੂੰ ਖੂੰਜੇ ਲਾ ਦਿੱਤਾ, ਜਿਸ ਦੇ ਨਤੀਜੇ ਅੱਜ ਤੱਕ ਅਸੀਂ ਭੁਗਤ ਰਹੇ ਹਾਂ। ਅੱਜ ਤੱਕ ਅਸੀਂ ਨਹੀਂ ਭੁਗਤ ਰਹੇ ਹਾਂ, ਪਾਕਿਸਤਾਨ ਦੇ ਵਿੱਚ ਵਸਦੇ ਕਰੋੜਾਂ ਪੰਜਾਬੀ ਵੀ ਭੁਗਤ ਰਹੇ ਆ। ਕਿ ਸ਼ਰਮ ਆਉਂਦੀ ਆ ਕਿ ਉਹਨਾਂ ਪੁਰਾਣੇ ਜਿਹੜੇ ਮੁਸਲਮਾਨ ਲੀਡਰ ਸੀ ਉਹਨਾਂ ਦੀ ਇਸ ਭੈੜੀ ਹਰਕਤ, ਪੁਰਾਣੇ ਹਿੰਦੂ ਜਿਹੜੇ ਲੀਡਰ ਸੀ ਉਹਨਾਂ ਦੀ ਇਸ ਭੈੜੀ ਹਰਕਤ ਨੇ ਪੰਜਾਬੀ ਨੂੰ ਸੱਚੀ ਮੁੱਚੀ ਗੁੱਠੇ ਲਾਤਾ। ਜਦੋਂ ਕਿ ਪ੍ਰੋਫੈਸਰ ਗੁਰਮੁਖ ਸਿੰਘ ਮੁਸਾਫਰ ਵਰਗੇ ਜਿਹੜੇ ਲੋਕ ਸੀਗੇ ਉਹਨਾਂ ਨੇ ਹੱਕ ਦੇ ਵਿੱਚ ਗੱਲ ਕੀਤੀ ਸੀਗੀ, ਤੇ ਜਿਹੜੇ ਅਤਰ ਸਿੰਘ ਭਦੌੜ ਸੀ ਉਹਨਾਂ ਨੇ ਹੱਕ ਦੇ ਵਿੱਚ ਗੱਲ ਕੀਤੀ ਸੀ। ਪਰ ਹੈਰਾਨੀ ਦੀ ਗੱਲ ਆ ਕਿ ਇੱਥੇ ਆ ਕੇ ਬਾਕੀ ਸਾਰੇ ਦੇ ਸਾਰੇ ਫਿਰ ਗਏ। ਖਾਸ ਤੌਰ 'ਤੇ ਪੰਜਾਬੀ ਟ੍ਰਿਬਿਊਨ ਦੇ ਜਿਹੜੇ ਮਾਲਕ ਦਿਆਲ ਸਿੰਘ ਮਜੀਠੀਆ ਸੀਗੇ, ਉਹਨਾਂ ਨੇ ਤਾਂ ਵਾਕਈ ਹੀ ਆਪਦੇ ਆਪ ਨੂੰ ਸਿੱਖੀ ਤੋਂ ਹੀ ਮੂੰਹ ਫੇਰ ਲਿਆ ਸੀਗਾ ਤੇ ਉਹਨਾਂ ਤੱਕ ਕੀ ਤਵੱਕੋ ਕੀਤੀ ਜਾ ਸਕਦੀ। ਠੀਕ ਹੈ, ਅੱਜ ਪੰਜਾਬੀ ਟ੍ਰਿਬਿਊਨ ਅਦਾਰਾ ਬਹੁਤ ਵਧੀਆ ਪੱਧਰ 'ਤੇ ਚੱਲ ਰਿਹਾ, ਕੰਮ ਕਰ ਰਿਹਾ, ਪਰ ਉਹ ਵੇਲੇ ਦੇ ਨਾਲ ਉਹਨਾਂ ਲੋਕਾਂ ਦੀਆਂ ਹੀ ਉਸ ਵੇਲੇ ਇਸ ਤਰ੍ਹਾਂ ਦੀਆਂ ਅੰਦਰੂਨੀ ਜੋ ਗਤੀਵਿਧੀਆਂ ਸੀ, ਜੋ ਉਹਨਾਂ ਦੀ ਵਿਚਾਰਧਾਰਾ ਸੀਗੇ, ਉਸ ਕਰਕੇ ਹੀ ਪੰਜਾਬੀ ਨੂੰ ਇਹ ਖਮਿਆਜਾ ਭੁਗਤਣਾ ਪਿਆ। ਸੋ ਅਸੀਂ ਫਿਰ ਵੀ ਕਹਾਂਗੇ ਕਿ ਮਾਂ ਬੋਲੀ ਦੇ ਪੱਖ 'ਚ ਆਓ, ਪੜ੍ਹੋ, ਲਿਖੋ ਤੇ ਬੋਲੋ, ਗਾਓ। ਤੁਹਾਡੀ ਆਪਣੀ ਮਾਂ ਬੋਲੀ ਹੈ, ਇਸ ਨੂੰ ਅਸੀਂ ਪੂਰੀ ਦੁਨੀਆ ਤੱਕ ਫੈਲਾਉਣਾ ਹੈ। ਸੋ ਦੋਸਤੋ, ਇਹ ਅਸੀਂ ਦੋ ਖਬਰਾਂ ਜਿਨ੍ਹਾਂ ਤੇ ਗੱਲਬਾਤ ਕੀਤੀ, ਇੱਥੇ ਕਰਦੇ ਹਾਂ ਸਮਾਪਤੀ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ ਦਾ ਪੰਜਾਬ ਟਾਕਸ ਚੈਨਲ। ਜਦੋਂ ਯੂਐਸ ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਦਾ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ ਫੋਰਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਕਾਰ ਕੰਪਨੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਫੋਰਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। ਫੋਰਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ ਕੈਲੀਫੋਰਨੀਆ ਤੇ ਟੈਕਸਸ ਦੇ ਨਾਲ ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ, ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸ ਟਾਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ, ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੋਰਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੋਰਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੀ ਡਰਾਈਵਰਾਂ, ਵੇਅਰਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੋਰਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ।
ਬੈਡ ਹੇਅਰ ਡੇ? ਡੋਂਟ ਵਰੀ, ਅਸੀਂ ਤੁਹਾਡੀ ਹਰ ਜ਼ਰੂਰਤ ਨੂੰ ਸਮਝਦੇ ਹਾਂ। ਸ਼ਹਿਰ ਦੀ ਸਭ ਤੋਂ ਵਧੀਆ ਤੇ ਬਜਟ ਫ੍ਰੈਂਡਲੀ ਹੇਅਰ ਸੈਲੂਨ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਮਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਸ RJ ਹੇਅਰ ਸਲੂਨ ਤੋਂ। ਸਾਡੇ ਟੈਲੈਂਟਡ ਸਟਾਈਲਿਸਟ ਤੁਹਾਨੂੰ ਆਪਣੀ ਪਸੰਦ ਅਨੁਸਾਰ ਹੇਅਰ ਕੱਟ, ਕਲਰ ਅਤੇ ਸਟਾਈਲ ਦਿੰਦੇ ਨੇ ਜੋ ਤੁਹਾਡੀ ਲੁੱਕ ਨੂੰ ਸੂਟ ਕਰਦਾ ਹੈ। ਇਸ ਲਈ ਸਿਰਫ ਉੱਚ ਗੁਣਵੱਤਾ ਵਾਲੇ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਤੁਹਾਡਾ ਸਟਾਈਲ ਤੇ ਖੂਬਸੂਰਤੀ ਰਹੇ ਹਮੇਸ਼ਾ ਬਰਕਰਾਰ। RJ ਹੇਅਰ ਸਲੂਨ ਤੁਹਾਨੂੰ ਪ੍ਰੋਵਾਈਡ ਕਰਦਾ ਹੈ ਹੇਅਰ ਸਮੂਥਨਿੰਗ, ਕੈਰਾਟਿਨ ਹੇਅਰ ਸਮੂਥਨਿੰਗ, ਕੈਰਾਟਿਨ ਟ੍ਰੀਟਮੈਂਟਸ, ਹੇਅਰ ਕੱਟ, ਹੇਅਰ ਸਪਾਸ, ਕਲਰ ਕਰੈਕਸ਼ਨਸ, ਰੂਟ ਰੀਟੱਚ, ਹਾਈਲਾਈਟਸ, ਬੈਲਿਆਜ। ਇਸੇ ਦੇ ਨਾਲ ਮੈਨਸ ਸੈਕਸ਼ਨ ਦੇ ਵਿੱਚ ਅਸੀਂ ਪ੍ਰੋਵਾਈਡ ਕਰਦੇ ਹਾਂ ਹੇਅਰ ਕੱਟਸ, ਫੇਡਸ, ਸ਼ੇਵ, ਬੀਅਰਡ ਟ੍ਰਿਮਸ ਐਂਡ ਸਪੈਸ਼ਲੀ ਬੀਅਰਡ ਟ੍ਰਿਮਸ ਵਿਦ ਸੀਜ਼ਰ। ਸਾਡੇ ਕੋਲੇ ਸਾਰਾ ਸਟਾਫ ਬਹੁਤ ਹੀ ਕੁਆਲੀਫਾਈਡ ਹੈ। ਸਾਰੀ ਸਰਵਿਸਿਜ਼ ਵੈਕਸਿੰਗ, ਕੈਰਾਟਿਨ, ਸਮੂਥਨਿੰਗ, ਹਾਈਲਾਈਟਸ, ਐਵਰੀਥਿੰਗ ਵੀ ਪ੍ਰੋਵਾਈਡ ਹੇਅਰ। ਅਸੀਂ ਗਾਰੰਟੀ ਦਿੰਦੇ ਹਾਂ ਕਿ ਸੈਲੂਨ ਤੋਂ ਬਾਹਰ ਨਿਕਲਦੇ ਸਾਰ ਤੁਸੀਂ ਮਹਿਸੂਸ ਕਰੋਗੇ ਥੋੜਾ ਜ਼ਿਆਦਾ ਖੂਬਸੂਰਤ, ਥੋੜਾ ਹੋਰ ਜ਼ਿਆਦਾ ਕੌਨਫੀਡੈਂਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਮਨਵੀਰ ਸਿੰਘ ਤੇ ਮੈਂ ਬਰੈਂਪਟਨ ਤੋਂ ਮੂਵ ਹੋਇਆ ਸੀ ਵਿਨੀਪੈਗ ਤੇ ਮੈਂ ਸਰਚ ਕਰਦਾ ਸੀਗਾ ਬੈਸਟ ਹੇਅਰ ਸਲੂਨ ਇਨ ਵਿਨੀਪੈਗ ਤੇ ਮੈਨੂੰ ਪਹਿਲੇ ਨੰਬਰ ਤੇ ਆਇਆ RJ ਹੇਅਰ ਸਲੂਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਤਰੁਣ। ਮੈਂ ਤੁਹਾਨੂੰ ਰეკਮੈਂਡ ਕਰਾਂਗਾ ਕਿ RJ ਹੇਅਰ ਸਲੂਨ ਤੇ ਆਓ ਤੇ ਇੱਥੇ ਤੁਹਾਨੂੰ ਆਪਣੇ ਹਰ ਤਰ੍ਹਾਂ ਦੀ ਹੇਅਰ ਸਟਾਈਲਿੰਗ ਔਰ ਬੀਅਰਡ ਸਟਾਈਲਿੰਗ ਮਿਲ ਜੇਗੀ। Hi, my name is Lindsay. I've been coming to RJ Hair Salon since they opened up 4 years ago, and Jazz has always been fantastic with my hair. ਅਸੀਂ ਸਿਰਫ ਹੇਅਰ ਕੱਟ ਨਹੀਂ ਕਰਦੇ ਬਲਕਿ ਤੁਹਾਡੀ ਖੂਬਸੂਰਤੀ ਸੰਵਾਰਦੇ ਹਾਂ ਕਿਉਂਕਿ ਸਾਡਾ ਮੰਨਣਾ ਹੈ ਜਦੋਂ ਤੁਸੀਂ ਖੁਦ ਨੂੰ ਚੰਗੇ ਲੱਗਦੇ ਹੋ ਤਾਂ ਤੁਹਾਨੂੰ ਸਭ ਚੰਗਾ ਲੱਗਦਾ ਹੈ। Your own saloon, your own style. ਤਾਂ ਇਸ ਨਾਲ ਹੀ ਸਾਡੀ ਅਨਦਰ RJ ਹੇਅਰ ਸਲੂਨ ਦੀ ਬ੍ਰਾਂਚ ਓਪਨ ਹੋ ਰਹੀ ਹੈ ਜਿਹਦੀ ਕਿ ਲੋਕੇਸ਼ਨ ਆ 601 ਮਨਰੋ ਐਵਨਿਊ। ਤਾਂ ਤੁਸੀਂ ਉੱਥੇ ਵੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਈਸਟ ਦੇ ਵਿੱਚ ਰਹਿੰਦੇ ਕਸਟਮਰਸ ਲਈ ਨੇੜੇ ਆ ਤੇ ਸਾਡਾ ਕੰਟੈਕਟ ਨੰਬਰ ਆ 2049988959। ਆਪਣੇ ਵਾਲਾਂ ਦੀ ਸਕਿਨ ਨੂੰ ਦਿਓ ਇੱਕ ਨਵੀਂ ਪਹਿਚਾਨ। ਅੱਜ ਹੀ ਕਾਲ ਕਰੋ ਜਾਂ ਵਿਜ਼ਿਟ ਕਰੋ RJ ਹੇਅਰ ਸੈਲੂਨ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟਡ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ। ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਤੁਹਾਨੂੰ ਕਾਰ ਰੈਂਟਲ ਵੀ ਦੇਵਾਂਗੇ। ਵੈਨ ਆ, ਟਰੱਕ, SUV ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਪ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਪ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਪ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ, ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸੈਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204
42113000। ਜਦੋਂ ਯੂਐਸ ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਲਈ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ ਫੋਰਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਕਾਰ ਕੰਪਨੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਫੋਰਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। ਫੋਰਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ ਕੈਲੀਫੋਰਨੀਆ ਤੇ ਟੈਕਸਸ ਦੇ ਨਾਲ ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ, ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸਟਾਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ, ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੋਰਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੋਰਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੇ ਡਰਾਈਵਰਾਂ, ਵੇਅਰਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੋਰਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ।